मैं पहली बारी खब्बे हत्थ नाल हत्थ मिला लिया। कैप्टन साहब ਤੁਹਾਨੂੰ ਕਹਿੰਦੇ ਸੀ ਸਾਡੇ ਘਰ ਦਾ ਹੀ ਮੁੰਡਾ ਇਹ ਤੇ ਹੁਣ ਘਰ ਦਾ ਮੁੰਡਾ ਘਰ ਦੇ ਪੋਤੜੇ ਫਰੋਲਦਾ। ਪਰ ਜੋ ਕਾਰਨਾਮੇ ਇਹਨੇ ਚੀਫ ਮਿਨਿਸਟਰ ਬਣਨ ਤੋਂ ਬਾਅਦ ਕੀਤੇ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਿਆ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਮਾਇਤੀ ਹੈ। ਜੇ ਹਮਾਇਤੀ ਹੁੰਦਾ ਪੰਜਾਬ ਦਾ ਤੇ ਲੱਖਾਂ ਕਰੋੜਾਂ ਰੁਪਏ ਲੁੱਟ ਕੇ ਲੈ ਜਾਂਦਾ। ਤੁਸੀਂ ਇੰਨੇ ਸਾਲ ਮਿਸਟਰ ਮਾਨ ਨੂੰ ਭੰਡਿਆ, ਕੈਪਟਨ ਅਮਰਿੰਦਰ ਸਿੰਘ ਨੂੰ ਭੰਡਿਆ। ਹਾਂ ਭੰਡਿਆ। ਦੋ ਸਾਡੂਆਂ ਦੇ ਵਿਚਾਲੇ ਤੁਸੀਂ ਕਿਹੜਾ ਰੋਲ ਪਲੇ ਕਰਦੇ ਹੋ ਮੈਨੂੰ ਸਮਝ ਨਹੀਂ ਆਈ। ਜਦੋਂ ਮਾਨ ਨੇ ਇਹ ਸਾਰੇ ਕੰਮ ਕੀਤੇ ਐਡੀ ਵੱਡੀ ਅਸੀਂ ਰੈਵੋਲੂਸ਼ਨ ਲਿਆਂਦੀ ਹੋਵੇ, 12 MP ਜਿਤਾਏ ਹੋਣ, ਇੱਕ 'ਚ ਅਸੀਂ 1,60,000 ਵੋਟ ਲੈ ਕੇ ਹੋਈਏ, ਤੁਸੀਂ ਉਹਨੂੰ 2 ਸਾਲ 'ਚ ਖੇਰੂ ਕਰਕੇ ਬਾਦਲਾਂ ਦੇ ਹੱਥੋਂ ਉਹੀ ਪਾਵਰ ਵਾਪਸ ਦੇ ਦਿਓ ਤੇ ਫਿਰ ਮੈਂ ਭੰਡਾ ਨਾ ਤਾਂ ਹੋਰ ਕੀ ਕਰਾਂ। ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਕੀਤੀ। ਮੈਂ ਮਾਨ ਅਕਾਲੀ ਦਲ ਬਣਾਇਆ 1988 'ਚ। ਅੱਜ ਵੀ ਬੋਰਡ ਲੱਗਿਆ ਥੱਲੇ 12 ਨੰਬਰ ਦੁਕਾਨ ਅੰਮ੍ਰਿਤਸਰ ਇੰਟਰਨੈਸ਼ਨਲ ਹੋਟਲ ਦੇ ਵਿੱਚ ਬਾਹਰ। ਸਿਮਰਨ ਸਿੰਘ ਮਾਨ ਨੂੰ ਐਸਟੈਬਲਿਸ਼ ਕਰਨ ਵਾਲੇ ਕੈਪਟਨ ਚੰਨ ਸਿੰਘ ਸਿੱਧੂ ਹੈ। ਯੈਸ ਬਿਲਕੁਲ। ਸਿੱਧਾ ਸਵਾਲ ਇਹ ਹੈ, ਖਾਲਿਸਤਾਨ ਦੇ ਹਮਾਇਤੀ ਹੋ ਤੁਸੀਂ, ਜਦੋਂ ਕਿਤੇ ਮੌਕਾ ਆਏਗਾ ਬਿਲਕੁਲ ਲੈ ਲਾਂਗੇ। ਮੈਨੂੰ ਇਹ ਚੀਜ਼ ਸਮਝ ਨਹੀਂ ਆਏਗੀ, ਇੱਕ ਪਾਸੇ ਤੁਸੀਂ ਦੇਸ਼ ਦੀ ਫੌਜ ਦੇ ਵਿੱਚ ਸੇਵਾ ਕੀਤੀ, ਦੂਜੇ ਪਾਸੇ ਤੁਸੀਂ ਸਿਮਰਨ ਸਿੰਘ ਮਾਨ ਨੂੰ ਐਸਟੈਬਲਿਸ਼ ਕਰਨ ਦਾ ਦਾਅਵਾ ਕਰਦੇ ਹੋ। ਸਰਹੱਦ ਤੇ ਸੇਵਾ ਕਰਨ ਵਾਲਾ ਸ਼ਖਸ ਜਿਹੜਾ ਖਾਲਿਸਤਾਨ ਦੀ ਡਿਮਾਂਡ ਕਰਦਾ ਪਿਆ, ਜੋ ਸਾਡੇ ਨਾਲ ਬਲੂ ਸਟਾਰ 'ਚ ਹੋਇਆ ਨਹੀਂ ਸੀ ਹੋਣਾ ਚਾਹੀਦਾ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮੈਂ ਮਨਾਇਆ ਸੀ, ਕਹਿੰਦਾ ਚੰਨਨ ਜਦੋਂ ਹਮਲਾ ਹੋਏਗਾ ਨਾ ਤੇ ਪਾਕਿਸਤਾਨ ਨੇ ਅਟੈਕ ਕਰ ਦੇਣਾ ਤੇ ਆਪਣਾ ਖਾਲਿਸਤਾਨ ਬਣ ਜਾਊਗਾ। ਆਈ ਵਾਸ ਸ਼ੌਕਡ। ਜਸਟ ਟੀਵੀ ਦੇਖ ਰਹੇ ਤੁਸੀਂ, ਮੈਂ KP ਸਿੰਘ ਵਿਊ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਅੱਜ ਸਾਡੇ ਨਾਲ ਉਹ ਸ਼ਖਸੀਅਤ ਮੌਜੂਦ ਹੈ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਨੀਂਹ ਰੱਖੀ, ਜਿਨ੍ਹਾਂ ਨੇ ਤਕਰੀਬਨ 11 ਸਾਲ ਦੇਸ਼ ਦੀ ਫੌਜ ਦੇ ਵਿੱਚ ਸੇਵਾ ਨਿਭਾਈ, ਪੈਰਾਸ਼ੂਟ ਰੈਜੀਮੈਂਟ ਦੇ ਵਿੱਚ। ਉਸ ਰੈਜੀਮੈਂਟ ਦੇ ਵਿੱਚ ਕੋਈ ਟਾਵਾਂ ਜਾਂਦਾ ਸੀਗਾ ਤੇ ਜਿੰਦੇ ਵਿੱਚ ਕੈਪਟਨ ਚੰਨ ਸਿੰਘ ਸਿੱਧੂ ਦਾ ਨਾਮ ਪਹਿਲੇ ਅੱਖਰਾਂ ਵਿੱਚ ਲਿਖਿਆ ਗਿਆ ਹੈ। ਪਰ ਉਹਨਾਂ ਨਾਲ ਮੈਨੂੰ ਹੱਥ ਹੈ ਜਿਹੜਾ ਉਹ ਖੱਬਾ ਮਨਾਉਣਾ ਪਊਗਾ। ਇਹ ਕਹਿਣ ਲੱਗਿਆ ਮੇਰੇ ਸ਼ਬਦ ਮੇਰਾ ਸਾਥ ਨਹੀਂ ਦੇ ਰਹੇਗੇ, ਪਰ ਮੈਂ ਕੋਸ਼ਿਸ਼ ਕਰੂੰਗਾ ਕਿ ਮੈਂ ਜਾਣ ਸਕਾਂ ਕਿ ਮੈਨੂੰ ਖੱਬਾ ਹੱਥ ਕਿਉਂ ਲਾਉਣਾ ਪੈ ਰਿਹਾ। ਕੈਪਟਨ ਸਿੱਧੂ, ਬਹੁਤ ਸਵਾਗਤ ਹੈ ਸਰ ਤੁਹਾਡਾ। KP ਸਿੰਘ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ। ਮੈਂ ਪਹਿਲੀ ਵਾਰੀ ਖੱਬੇ ਹੱਥ ਨਾਲ ਹੱਥ ਮਿਲਾ ਰਿਹਾ ਕੈਪਟਨ ਸਿੱਧੂ। ਸਜ਼ਾ ਹੈ ਹੀ ਨਹੀਂ ਜੀ, ਮਿਲਾਣਾ ਹੀ ਪਏਗਾ। ਤੇ ਵਜ੍ਹਾ ਕੀ ਹੈ ਸਰ? ਵਜ੍ਹਾ ਇਹ ਹੈ ਜੀ ਕਿ ਇਸ ਲਾਈਨ ਆਫ ਡਿਊਟੀ ਵਜ੍ਹਾ ਤਾਂ ਹੁੰਦੀ ਜਦੋਂ ਤੁਸੀਂ ਫੌਜ ਜੁਆਇਨ ਕਰਦੇ ਜੇ ਤੇ ਕਦੀ ਵੀ ਕੁਝ ਵੀ ਹੋ ਸਕਦਾ। ਬਿਕੋਜ਼ ਆਈ ਵਾਜ਼ ਪੋਸਟਡ ਐਟ ਚਾਈਨਾ ਬਾਰਡਰ, ਲੈਪਚਾ ਮੇਰੀ ਲਾਸਟ ਪੋਸਟ ਸੀ ਔਰ ਐਕਸਰਸਾਈਜ਼ ਚੱਲ ਰਹੀ ਸੀ ਤੇ ਮੈਂ 2I ਸੀ ਤੇ ਉਹਦੇ ਡਰਾਈਵਰ ਨਾਲ ਅਸੀਂ ਟਰੈਵਲ ਕਰ ਰਹੇ ਸੀ। ਵਾਟ ਹੈਪਨ ਕਿ ਉੱਥੇ ਪਹਾੜ ਡਿੱਗ ਪਿਆ ਔਰ ਗੱਡੀ ਪਹਾੜ ਦੇ ਥੱਲੇ ਆ ਗਈ। ਉਹ ਦੋਨਾਂ ਦੀ ਡੈਥ ਹੋ ਗਈ ਔਨ ਦਾ ਸਪੌਟ। ਆਈ ਲੋਸਟ ਮਾਈ ਰਾਈਟ ਆਰਮ, ਉੱਥੋਂ ਹੀ ਲਟਕਣੀ ਸ਼ੁਰੂ ਹੋ ਗਈ ਸੀ ਤੇ ਆਈ ਹੈਡ ਅਪਰ ਸ਼ਾਫਟ ਫੀਮਰ ਫ੍ਰੈਕਚਰ, jaw injury, jaw fractured, multiple head injuries, my ribs fracture, मतलब कोई हड्डी नहीं सी बची ਜਿਹੜੀ फ्रैक्चर नहीं सी। तो उस तो बाद चलो I never knew that I am going to survive। I thought ਵੀ ਇਹ ਮਰ ਗਏ ਤੇ ਮੈਂ ਤੜਫ ਕੇ ਮਰਨਾ, ਕਿਉਂਕਿ ਇੱਕ ਮੰਦਰ ਸੀਗਾ ਤੋਂ ਪੁਜਾਰੀ ਜਿਹੜੇ ਫੌਜੀ ਪੁਜਾਰੀ ਸੀਗੇ ਜਿੱਥੇ ਇਹ ਸਾਡਾ ਹਾਦਸਾ ਹੋਇਆ ਔਰ ਉਹ ਬਜਾਏ ਕਿ ਮੈਨੂੰ ਬਾਹਰ ਕੱਢਣ ਤੇ ਮੰਦਰ ਛੱਡ ਕੇ ਭੱਜ ਗਏ। ਮੈਂ ਉਹਨਾਂ ਨੂੰ ਬੜੀਆਂ ਆਵਾਜ਼ਾਂ ਮਾਰੀਆਂ, ਵਾਪਸ ਆਓ ਵਾਪਸ ਆਓ, ਵਾਪਸ ਕਿੱਥੋਂ ਆਉਣ, ਉਹ ਤਾਂ ਭੱਜੀ ਜਾਣ। ਤੇ ਮੈਂ ਕਿਹਾ ਮੈਂ ਇੱਕਦਮ ਮੈਂ ਉੱਠਿਆ ਤੇ ਮੈਂ ਸੋਚਿਆ ਵੀ ਮੈਨੂੰ ਬਾਂਹ 'ਤੇ ਕੀੜੀ ਜਿਵੇਂ ਕੀੜੀ ਕੱਟਦੀ ਐ ਮੈਨੂੰ ਬਾਂਹ 'ਤੇ ਦਰਦ ਹੋਇਆ ਤੇ ਮੈਂ ਜਦੋਂ ਇਹ ਹੱਥ ਲਾਇਆ ਬਾਂਹ ਨੂੰ ਵੀ ਦਰਦ ਕਿਉਂ ਹੋ ਰਿਹਾ, ਮੇਰਾ ਖੂਨ ਨਾਲ ਹੱਥ ਭਰ ਕੇ ਆ ਗਿਆ। ਫਿਰ ਮੈਂ ਫਟਾਫਟ ਉੱਠਿਆ ਤੇ ਮੇਰੀ ਸੱਜੀ ਲੱਤ ਸੀ ਜਿਹੜੀ ਉਹ ਲਟਕਣੀ ਸ਼ੁਰੂ ਹੋ ਗਈ ਥੱਲੇ। ਮੈਂ ਕਿਹਾ ਓਹੋ ਤੇਰੀ ਤਾਂ ਲੱਤ ਵੀ ਗਈ। ਇਹ ਤਾਂ ਮੈਨੂੰ ਪਤਾ ਲੱਗ ਗਿਆ ਸੀ ਬਾਂਹ 'ਚ ਮੇਰੀ ਜਾਨ ਨਹੀਂ ਹੈਗੀ ਹੁਣ, ਜਦੋਂ ਹਿਲਦੀ ਜੁਲਦੀ ਨਹੀਂ ਤੇ ਬਾਂਹ ਤਾਂ ਗਈ। ਤੋ ਫਿਰ ਮੈਂ ਬੈਠ ਗਿਆ, ਸੋਚਿਆ ਕਿ ਮੇਰੀ ਜ਼ਿੰਦਗੀ ਜਿਹੜੀ ਸੀ ਕਾਲਜ ਲਾਈਫ, ਸਕੂਲ ਲਾਈਫ ਤੋਂ ਲੈ ਕੇ ਕਾਲਜ ਲਾਈਫ ਤੱਕ ਸਾਰੀ ਮੇਰੀਆਂ ਅੱਖਾਂ ਦੇ ਕੇ ਘੁੰਮਣ ਲੱਗ ਗਈ ਵੀ ਮੈਂ ਕੀ ਸੀ, ਕਿੱਥੋਂ ਕਿਵੇਂ ਸਟਰਗਲ ਕੀਤੀ, ਕਿਵੇਂ ਮੈਂ ਬਣਿਆ, ਕਿਵੇਂ ਮੈਂ ਆਇਆ, ਹੁਣ ਮੈਂ ਮਰ ਰਿਹਾ। ਔਰ ਸਾਰਾ ਮਹਿੰਦਰਾ ਕਾਲਜ ਦੀ ਲਾਈਫ ਸਾਰੀ ਮੇਰੀ ਕਿਹੜੇ ਸਾਲ ਦੀ ਗੱਲ ਹੈ ਇਹ? 21 ਨਵੰਬਰ 1970। ਤੁਸੀਂ ਉਦੋਂ ਸੋਚ ਲਿਆ ਸੀ ਮੈਂ ਮਰ ਗਿਆ? ਆਲਮੋਸਟ, ਹਾਂ, ਕਿ ਬਚ ਤਾਂ ਸਕਦਾ ਹੀ ਨਹੀਂ, ਕਿਉਂਕਿ ਬੰਦਾ ਦੇਖੋ ਸੰਡੇ ਦਾ ਦਿਨ ਸੀ ਤੇ 2 ਘੰਟੇ ਗੱਡੀ ਨਹੀਂ ਸੀ ਆਉਂਦੀ ਉੱਥੇ ਤੇ ਨਾ ਕੋਈ ਅੱਗੋਂ ਗੱਡੀ ਆਉਣੀ ਨਾ ਕੋਈ ਪਿੱਛੋਂ ਗੱਡੀ ਆਉਣੀ। ਇਹ ਸਾਂਗਲਾ ਵੈਲੀ ਦੇ ਕੋਲ ਵਾਪਰਿਆ ਸਾਰਾ ਕੁਝ? ਇਹ ਸਾਂਗਲਾ ਵੈਲੀ ਤੋਂ 20 ਕਿਲੋਮੀਟਰ ਪਹਿਲਾਂ। ਹਾਂ, ਉੱਥੇ ਮੰਦਿਰ ਬਣਿਆ ਹੋਇਆ ਅੱਜ ਕੱਲ੍ਹ
ਤੇ ਇਹ ਉੱਥੇ ਵਾਪਰਿਆ ਸੜਕ ਹਾਦਸਾ। ਔਰ ਫਿਰ ਉਹ ਲੱਕੀ ਫਾਰ ਮੀ ਕਿ ਜਿਹੜਾ ਪੱਥਰ ਸਾਡੀ ਗੱਡੀ ਤੇ ਵੱਜਿਆ, ਉਹ ਗੱਡੀ ਨੂੰ ਪੱਥਰ ਵੱਜ ਕੇ ਤੇ ਸਤਲੁਜ ਰੁੜ ਗਿਆ। ਉਹ ਜਾਂਦਿਆਂ ਸਾਡੇ ਟੈਲੀਫੋਨ ਦਾ ਖੰਭਾ ਸੀ ਉੱਥੇ, ਕਿਉਂਕਿ ਟੈਲੀਫੋਨ 24 ਘੰਟੇ ਉੱਥੇ ਰੱਖਣਾ ਪੈਂਦਾ। ਉਹ ਸਾਡਾ ਫਾਰਵਰਡ ਏਰੀਆ ਤੇ ਹੌਟਲਾਈਨ ਹੈ ਸੈਕਟਰ ਦੀ, ਤੇ ਉਹ ਟੈਲੀਫੋਨ ਦਾ ਖੰਭਾ ਤੋੜ ਕੇ ਤੇ ਲਾਈਨ ਤੋੜ ਕੇ ਚਲਾ ਗਿਆ। ਦੈਟ ਵਾਜ਼ ਦਾ ਓਨਲੀ ਸੇਵਿੰਗ ਗ੍ਰੇਸ ਫਾਰ ਮੀ। ਉਹ ਵੀ ਟੁੱਟ ਗਈ। ਟੁੱਟ ਗਈ ਤੇ ਚੰਗਾ ਹੋਇਆ, ਹਾਂ, ਕਿਉਂਕਿ 10 ਕਿਲੋਮੀਟਰ ਤੋਂ 10 ਕਿਲੋਮੀਟਰ ਉੱਥੇ ਸਾਡੀ ਟੈਲੀਫੋਨ ਰਿਪੇਅਰ ਪਾਰਟੀ ਹੁੰਦੀ, ਉਹਨਾਂ ਨੇ 10 ਕਿਲੋਮੀਟਰ ਆਪਣਾ ਮੇਨਟੇਨ ਕਰਕੇ ਰੱਖਣਾ ਹੁੰਦਾ 24 ਘੰਟੇ। ਤੇ ਜਦੋਂ ਉਹਨਾਂ ਨੂੰ ਇਹ ਪਤਾ ਲੱਗਿਆ ਟੈਲੀਫੋਨ ਸਾਡਾ ਡੈੱਡ ਹੋ ਗਿਆ, ਟੁੱਟ ਗਈ ਲਾਈਨ, ਤੇ ਉਹ ਗੱਡੀ ਚੁੱਕ ਕੇ ਭੱਜੇ ਆਏ। ਉਹ ਤੁਹਾਨੂੰ ਫਾਇਦਾ ਹੋ ਗਿਆ ਉਸ ਚੀਜ਼ ਦਾ? ਮੈਨੂੰ ਫਾਇਦਾ ਹੋ ਗਿਆ। ਜਦੋਂ ਗੱਡੀ ਲੈ ਕੇ ਆਏ ਤੇ ਉਹਨਾਂ ਦੇਖਿਆ ਵੀ ਅੱਗੇ ਤਾਂ ਆਹ ਹੋਇਆ ਪਿਆ ਜਿੱਥੇ ਟੈਲੀਫੋਨ ਲਾਈਨ ਟੁੱਟੀ ਸੀ। ਉਹਨਾਂ ਨੇ ਉੱਥੋਂ ਹੀ ਤਾਰਾਂ ਦੀਆਂ ਜੋੜ ਕੇ ਤੇ CEO ਨੂੰ ਦੱਸਿਆ ਕਿ ਸਰ ਟੂਆਈਸੀ ਸਾਹਿਬ नो मोर गुजर गए हैं, ड्राइवर साहब भी नो मोर। सही ਉਹਦਾ ਹੀ ਡਰਾਈਵਰ ਸੀਗਾ ਉਹ, ਤੇ कैप्टन साहब लेफ्टिनेंट साहब को, तो मैं लेफ्टिनेंट ਸੀਗਾ, उनको बहुत चोटें आई हैं। और मैं उन्होंने क्यों ये गल कही, मैं क्या यार ये गड्डी ਨੂੰ ਚੱਕ ਕੇ ਮਾਰੋ ਪਾਸੇ, क्योंकि सिंगल रोड ਸੀ, रोड ब्लॉक ਸੀ। मैं ਕਿਹਾ ਧੱਕਾ ਮਾਰ ਕੇ ਸਤਲੁਜ ਸੱਟੋ ਤੇ ਮੈਨੂੰ ਰਾਮਪੁਰ ਬਸ਼ਹਿਰ ਲੈ ਚਲੋ। ਰਾਮਪੁਰ ਬਸ਼ਹਿਰ ਉਦੋਂ ਸਾਰੇ 2 ਘੰਟੇ ਦਾ ਰਾਹ ਸੀ, 3 ਘੰਟੇ ਦਾ। ਮੈਂ ਕਿਹਾ ਉੱਥੇ ਮੈਨੂੰ ਤੁਸੀਂ ਫਸਟ ਏਡ ਦਵਾ ਕੇ ਤੇ ਫਿਰ ਸ਼ਿਮਲੇ ਲੈ ਜਾਓ, 8-6 ਘੰਟਿਆਂ ਜਾਂ 7 ਕੇ ਸ਼ਿਮਲੇ ਪਹੁੰਚ ਜਾਵਾਂਗੇ ਤੇ ਮੈਂ ਬਚ ਜਾਊਂਗਾ। ਉਹ CEO ਕਹਿੰਦਾ ਨਾ, ਵਾਪਸ ਲੈ ਕੇ ਆਓ, ਮੈਂ ਹੈਲੀਕਾਪਟਰ ਮੰਗਵਾਉਣਾ, ਹੀ ਵਿਲ ਬੀ ਇਵੈਕੂਏਟਡ ਬਾਈ ਹੈਲੀਕਾਪਟਰ। ਉਹ ਮੈਂ ਕਿਹਾ ਮੇਰੀ ਗੱਲ ਕਰਾਓ CEO ਸਾਹਿਬ ਨਾਲ, ਬ੍ਰਿਗੇਡੀਅਰ ਮੁਲਖਰਾਜ ਦੇ, ਉਦੋਂ ਕਰਨਲ ਮੁਲਖਰਾਜ ਸੀਗੇ। ਜਦੋਂ ਮੈਂ ਗੱਲ ਕੀਤੀ, ਮੈਂ ਕਿਹਾ ਸਰ ਤੁਹਾਡੇ ਡਾਕਟਰ ਜਿਹੜੇ ਨਾ ਮੇਰਾ ਕੱਖ ਨਹੀਂ ਕਰ ਸਕਦੇ, ਤੁਹਾਡੇ ਡਾਕਟਰ ਨੇ ਜਿਨ੍ਹਾਂ ਨੇ ਟਰਮਸ਼ਿਪ ਕੀਤੀ ਹੋਈ ਹੈ, ਉਹ ਕੋਈ ਸਰਜਨ ਥੋੜ੍ਹੀ ਨੇ। ਤੇ ਜਿਹੜੀਆਂ ਮੈਨੂੰ ਸੱਟਾਂ ਲੱਗੀਆਂ, ਕਿਉਂਕਿ ਮੈਂ ਬੇਸਿਕਲੀ ਮਾਊਂਟਨ ਵਾਰਫੇਅਰ ਕੋਰਸ ਕਰਕੇ ਆਇਆ ਸੀ ਤੇ ਮੈਂ ਕੁਆਲੀਫਾਈਡ ਸੀਗਾ ਫਸਟ ਏਡ 'ਚ, ਤੇ ਮੈਨੂੰ ਪਤਾ ਸੀ ਮੈਨੂੰ ਕੀ ਸੱਟ ਲੱਗੀ ਹੋਈ ਹੈ, ਨਾ ਮੇਰੀ ਬਾਂਹ ਤੇ ਨਾ ਮੇਰੀ ਲੱਤ, ਤੇ ਮੈਨੂੰ ਉਹ ਡਾਕਟਰ ਕਿਵੇਂ ਬਚਾ ਲੈਣਗੇ। ਤੇ ਮੈਂ ਕਿਹਾ ਸਰ ਯੂ ਆਰ ਗੈਟਿੰਗ ਮੀ ਕਿਲਡ। ਕਹਿੰਦਾ ਨਹੀਂ ਵਾਪਸ ਆ, ਮੈਂ ਤਾਂ ਹੈਲੀਕਾਪਟਰ ਮੰਗਾਊਂਗਾ। ਮੈਂ ਕਿਹਾ ਸਰ ਅੱਜ ਐਤਵਾਰ ਹੈ, ਹੈਲੀਕਾਪਟਰ ਕੋਈ ਨਹੀਂ ਆਣਾ ਤੇ ਮੈਂ ਬਚਣਾ ਕੋਈ ਨਹੀਂ, ਤੇ ਮੈਨੂੰ ਟਰਾਈ ਕਰ ਲੈਂਦੇ, ਇਫ ਆਈ ਕੈਨ ਰੀਚ ਸ਼ਿਮਲਾ ਆਈ ਮੇ ਸਰਵਾਈਵ। ਕਹਿੰਦਾ ਨੋ, ਹੈਲੀਕਾਪਟਰ ਵਿਲ ਕਮ। ਮੈਂ ਕਿਹਾ ਤੁਹਾਡੀ ਮਰਜ਼ੀ ਹੈ। ਉਹ ਮੈਨੂੰ ਪਿੱਛੇ ਚੱਕ ਕੇ ਲੈ ਗਏ ਕਟਸ਼ਮ, ਉਹਦੇ ਤੇ ਆਪਣਾ ਹੈਲੀਪੈਡ ਤੇ ਪਿੱਛੋਂ ਐਂਬੂਲੈਂਸ ਆ ਗਈ ਤੇ ਨਾਲ ਡਾਕਟਰ ਆ ਗਏ। ਚਲੋ ਉਹਨਾਂ ਨੇ ਮੈਨੂੰ ਗਲੂਕੋਜ਼ ਸਾਰਾ ਵਗੈਰਾ ਲਗਾਇਆ, तो शिफ्ट कर लिया ਗੱਡੀ ਤੋਂ ਐਂਬੂਲੈਂਸ, ਤੇ ਉਹ ਮੈਨੂੰ ਕਰਸ਼ਮ ਲੈ ਗਏ। 2 ਵਜੇ ਹੈਲੀਕਾਪਟਰ ਰਿਕੁਐਸਟ ਕੀਤਾ ਸੀ, 2 ਵਜੇ ਟੈਲੀਫੋਨ ਆ ਗਿਆ ਕਿ ਵੈਨ ਵੀ ਸਵਿਚਡ ਔਨ ਦਾ ਇੰਜਨ ਇਲੈਕਟ੍ਰੋਨਿਕ ਸਿਸਟਮ ਫੇਲਡ, ਹੀ ਵਿਲ ਬੀ ਇਵੈਕੂਏਟਡ ਟੁਮਾਰੋ ਮॉर्निंग। तो डॉक्टर कह रहे हैं कि वी आर लूजिंग हिज पल्स, इफ इज नॉट इवैक्यूएटेड ही विल बी नो मोर। फिर ही गॉट पैनिकी, ही रैंग अप एरिया कमांडर जनरल शिवचरण, क्योंकि वी वर अंडर एरिया कमांडर अंबाला। वो शराबी सीगा, वो टुन कलाब विच ना जिन पी के टुन बैठा सी, ते कहंदा एम आई फ्लाइंग हेलीकॉप्टर्स, इफ दे सेड ही विल बी इवैक्यूएटेड टुमारो मॉर्निंग देन ही विल बी इवैक्यूएटेड टुमारो मॉर्निंग। तो कहता सर ही इज़ नॉट गोइंग टू सर्वाइव। कहता सो व्हाट कैन आई डू। वो गॉट फ्यूरियस, ही रैंक अप जनरल कैंडथ द आर्मी कमांडर, एंड ही वॉज सो रूड, ही जनरल नाल ही रूडली बोल पाया आर्मी कमांडर नाल कि आई हैव लॉस्ट 1 2, आई हैव नॉट प्रिपेयर टू लूज 3rd one। इफ आई लूज माई दिस ऑफिसर आई कांट फेस माई बटालियन, होल बटालियन इज स्टैंडिंग हेयर इन फ्रंट ऑफ मी एंड दे आर आस्किंग मी कि if you can't evacuate us in peace time, how will you evacuate us in war time? Therefore we are not prepared to serve here। कहना सर if my officer dies, I am walking back with my battalion, ਤੁਹਾਡੇ ਹਥਿਆਰ ਜਮ੍ਹਾਂ ਕਰਾ ਦੇਵਾਂਗੇ ਸ਼ਿਮਲੇ ਦੇ ਵਿੱਚ, ਅਸੀਂ ਆਪਦੇ ਘਰਾਂ ਨੂੰ ਜਾਵਾਂਗੇ, ਨੌਕਰੀ ਨਹੀਂ ਕਰਨੀ। ਇਹਨਾਂ ਸਟੈਂਡ ਲੈਂਦੇ ਸੀ ਤੁਹਾਡੇ ਵਿੱਚ? Yes, she took that much of stand। ਵਜ੍ਹਾ ਕੀ ਸੀ? ਵਜ੍ਹਾ ਕਿ he was furious ਕਿ ਮੈਂ ਬੱਚੇ ਨੂੰ ਵਾਪਸ ਮੰਗਾਇਆ, ਉਹ ਸੱਚਾ ਕਹਿ ਰਿਹਾ ਸੀ ਮੈਨੂੰ ਸ਼ਿਮਲੇ ਜਾਣ ਦਿਓ, I may survive। ਤੁਹਾਡੇ ਪੱਖ ਬਹੁਤ ਹੈ ਕੈਪਟਨ ਜਰਨਲ ਸਿੰਘ ਸਿੱਧੂ, ਤੁਸੀਂ ਐਥਲੀਟ ਬੜੇ ਤਕੜੇ ਰਹੇ ਹੋ। ਮੈਨੂੰ ਇੱਕ ਵਾਰ ਯਾਦ ਹੈ ਕਿ ਮਿਲਖਾ ਸਿੰਘ ਹਰਾ ਨੇ ਤੁਹਾਨੂੰ ਸਨਮਾਨਿਤ ਵੀ ਕੀਤਾ ਸੀਗਾ। ਜੀ ਹਾਂ। ਉਹ ਮਿਲਖਾ ਸਿੰਘ ਦੀ ਨਜ਼ਰ ਵਿੱਚ ਤੁਸੀਂ ਕਿਵੇਂ ਚੜ੍ਹੇ? ਨਹੀਂ, ਮੈਂ ਨਹੀਂ ਨਜ਼ਰ, ਮਿਲਖਾ ਸਿੰਘ ਆਇਆ ਪ੍ਰਾਈਜ਼ ਡਿਸਟ੍ਰੀਬਿਊਸ਼ਨ, ਐਨੂਅਲ ਪ੍ਰਾਈਜ਼ ਡਿਸਟ੍ਰੀਬਿਊਸ਼ਨ 'ਚ ਮਹਿੰਦਰਾ ਕਾਲਜ, ਤੇ ਆਈ ਵਾਜ਼ ਬੈਸਟ ਐਥਲੀਟ
and he saw me running 800 meter, 1500 meters, and he called me, though I stood first in 800 and 1500. And he saw me. He said, your steps are very good, you are Olympic material, and you come to Chandigarh, I'll get you admission, no fee, I'll give you good diet, I'll look after you, and I'll train you myself. Oh, my coach was Betty Elizabeth Davenport. She was a gold medalist in Asia Javelins, and she was preparing for Olympics, and she was coaching me also. So my times had almost come near Sardara Singh's time. 1 or 2 seconds were left. I would have made up in another 3-4 months' time. So he said, Chandan, what is telling you? She was senior to Milkha Singh because she was a gold medalist. Milkha तो flying से कहा ना चौथे नंबर पे, वो आई सी फर्स्ट एशिया च, तो वो कहती ओए मिल्खा व्हाट डू यू थिंक आई कैन कोच हिम, तो मिल्खा सिंह ਨੂੰ ਅੰਗਰੇਜ਼ੀ ਤਾਂ ਆਉਂਦੀ ਨਹੀਂ ਸੀ। ਮਿਲਖਾ ਸਿੰਘ ਕਹਿੰਦਾ ਹੀ ਇਜ਼ ਯੂਰ ਸ਼ਿਸ਼ੇ, ਦੈਨ ਹੀ ਇਜ਼ ਇਨ ਸੇਫ ਹੈਂਡਸ। ਸ਼ਿਸ਼ੇ ਤਾਂ ਮੈਨੂੰ ਇੱਕ ਗੱਲ ਦੈਟਸ ਹਾਊ ਆਈ ਮੈਟ ਮਿਲਖਾ ਸਿੰਘ। ਮੈਨੂੰ ਇੱਕ ਚੀਜ਼ ਹੋਰ ਵੀ ਯਾਦ ਆ ਗਈ, ਜਿਹੜੀ ਅੰਗਰੇਜ਼ੀ ਤੁਸੀਂ ਇੱਥੇ ਬੋਲਦੇ ਪਏ ਹੋ ਹੁਣ, ਵੈਸੇ ਮੈਂ ਅੰਗਰੇਜ਼ੀ 'ਚ ਬੋਲਣ ਨਹੀਂ ਦਿੰਦਾ ਬਾਹਲਾ, ਜੋ ਪੰਜਾਬੀ 'ਚ ਇੰਟਰਵਿਊ ਕਰਦੇ ਨੇ ਤਾਂ ਪੰਜਾਬੀ 'ਚ ਗੱਲ ਕਰਨੀ ਚਾਹੀਦੀ ਹੈ। ਇਸੇ ਅੰਗਰੇਜ਼ੀ ਕਰਕੇ ਤੁਹਾਨੂੰ ਪੈਰਾਸ਼ੂਟ ਰੈਜੀਮੈਂਟ 'ਚੋਂ ਕੱਢ ਦਿੱਤਾ ਗਿਆ ਸੀਗਾ। ਕੱਢਣ ਦੀ ਕੋਸ਼ਿਸ਼ ਕੀਤੀ ਗਈ। ਹਾਂ, ਕੋਸ਼ਿਸ਼ ਕੀਤੀ ਗਈ ਕਿਉਂਕਿ ਹੁਣ ਪੰਜਾਬੀ 'ਚ ਦੱਸਿਓ ਸਾਰਾ, ਹੁਣ ਅੰਗਰੇਜ਼ੀ ਨਾ ਬੋਲੀ। ਓਕੇ, ਮੈਂ ਜਦੋਂ ਸਟਾਫ 'ਚ ਰਿਹਾ ਨਾ ਐਕਸੀਡੈਂਟ ਤੋਂ ਬਾਅਦ, ਫਿਰ ਮੇਰੀ ਅੰਗਰੇਜ਼ੀ ਬਹੁਤ ਇੰਪਰੂਵ ਹੋ ਗਈ। ਅੱਛਾ, ਕਿਉਂਕਿ ਸਟਾਫ ਜੋਬ 24 ਘੰਟੇ ਤੁਹਾਨੂੰ ਕੰਮ ਕਰਨਾ ਪੈਂਦਾ। ਉਹ ਮੈਂ ਜਦੋਂ ਐਕਚੁਅਲੀ ਕੀ ਹੋਇਆ ਕਿ ਮੈਨੂੰ ਤਾਂ ਪੈਰਾਸ਼ੂਟ ਰੈਜੀਮੈਂਟ ਦਾ ਪਤਾ ਹੀ ਨਹੀਂ ਸੀ, ਕਿਉਂਕਿ ਮੇਰੀ ਕੋਈ ਫੈਮਿਲੀ ਬੈਕਗਰਾਊਂਡ ਆਰਮੀ ਦੀ ਨਹੀਂ ਸੀ। ਮੈਂ ਪਿੰਡਾਂ ਦੇ ਸਕੂਲ 'ਚੋਂ ਪੜ੍ਹ ਕੇ ਅਫਸਰ ਬਣ ਗਿਆ, NCC ਦਾ ਸੀ ਸਰਟੀਫਿਕੇਟ ਹੋਲਡਰ ਸੀ ਵਿਦ ਡਿਸਟਿੰਕਸ਼ਨ, ਸੋ ਆਈ ਗੋਟ ਸਿਲੈਕਟਡ। ਤਾਂ ਮੈਂ ਜਦੋਂ ਉੱਥੇ ਮੈਂ ਸਕੂਲ ਦੇ ਵਿੱਚ ਬਾਕਸਿੰਗ ਕੰਪਲਸਰੀ ਹੈ ਟ੍ਰੇਨਿੰਗ ਸਕੂਲ 'ਚ, OTS ਮਦਰਾਸ 'ਚ। ਉੱਥੇ ਮੈਂ ਜਦੋਂ ਬਾਕਸਿੰਗ ਖੇਡ ਰਿਹਾ ਸੀ ਤੇ ਮੈਂ 1-2 ਨੌਕਆਊਟ ਕਰਤੇ, ਕਿਉਂਕਿ ਮੈਂ ਮਹਿੰਦਰਾ ਕਾਲਜ ਕਦੀ ਕਦੀ ਗਲਵਜ਼ ਪਾ ਲੈਂਦਾ, ਸ਼ੌਕੀ ਆਈ। ਵੈਸੇ ਐਥਲੈਟਿਕਸ ਕਰਦਾ ਸੀ ਤੇ ਸ਼ਾਮ ਨੂੰ ਯਾਰ ਮੈਨੂੰ ਵੀ ਫੜਾ ਜਰਾ, ਮੈਂ ਵੀ ਦੇਖ ਲਵਾਂ। ਤੇ ਉੱਥੇ ਮੈਂ ਕੁੱਟ ਕੱਢ ਦਿੰਦਾ ਹੁੰਦਾ ਸੀ। ਉਹ ਕਹਿੰਦੇ ਯਾਰ ਤੂੰ ਛੱਡ ਪਰਾਂ। ਤਾਂ ਮੈਨੂੰ ਇਸ ਤਰ੍ਹਾਂ ਬੈਂਟਮ ਵੇਟ 'ਚ ਓਪਨ ਪੰਜਾਬ 'ਚ ਵੀ ਖੜਾ ਕਰਤਾ। ਮੈਂ ਪਟਿਆਲਾ ਵੀ ਜਿੱਤ ਲਿਆ। ਪਟਿਆਲਾ ਜਿੱਤ ਕੇ ਮੈਂ ਪੰਜਾਬ 'ਚ ਵੀ ਖੇਡਿਆ ਓਪਨ 'ਚ, ਉੱਥੇ ਆਈ ਕੁਡਨਟ ਵਿਨ। ਤੋ ਮੈਨੂੰ ਉਹਨਾਂ ਨੇ ਬ੍ਰਿਗੇਡੀਅਰ ਨੰਬਰ ਸੀ ਸਾਡਾ ਕਮਾਂਡੈਂਟ, ਵੈਨ ਹੀ ਸੌ ਮੀ ਪਲੇਇੰਗ ਬਾਕਸਿੰਗ ਤੇ ਕਹਿੰਦਾ ਕਮ ਹੇਅਰ, which regiment is, what is your choice of regiment? ਪੰਜਾਬੀ ਦਾ ਕਹਿੰਦਾ ਤੁਹਾਡੀ ਚੁਆਇਸ ਕੀ ਹੈ? ਕੈਪਟਨ ਸਾਹਿਬ ਪੰਜਾਬੀ ਦਾ ਕਹਿੰਦੇ ਕਿਹੜੀ ਰੈਜੀਮੈਂਟ ਤੁਸੀਂ? ਸਾਡਾ ਦਰਸ਼ਕ ਪੰਜਾਬੀ। ਓਕੇ, ਕਹਿੰਦੇ ਤੁਸੀਂ ਰੈਜੀਮੈਂਟ ਕਿਹੜੀ ਜੁਆਇਨ ਕਰਨੀ ਹੈ? ਮੈਂ ਕਿਹਾ ਸਰ ਸਿੱਖ ਗਾਰਡਸ ਐਂਡ ਗੁਰਖਾਸ। ਤੇ ਕਹਿੰਦਾ ਮਾਈ ਫੁੱਟ, ਤੂੰ ਕਹਿੰਦਾ ਪੈਰਾਸ਼ੂਟ ਰੈਜੀਮੈਂਟ ਜੁਆਇਨ ਕਰੇਗਾ। ਤਾਂ ਮੈਨੂੰ ਪਤਾ ਹੀ ਨਹੀਂ ਸੀ ਪੈਰਾ ਕਮਾਂਡੈਂਟ ਨੂੰ ਕੌਣ ਕਹੇ ਨਹੀਂ, ਯੈਸ ਸਰ ਆਈ ਵਿਲ ਜੁਆਇਨ ਸਰ, ਮੈਂ ਕਰੂੰਗਾ ਜੀ ਜੁਆਇਨ। ਤੇ ਉਹ ਮੈਨੂੰ ਅਲਾਟ ਹੋ ਗਈ ਪੈਰਾਸ਼ੂਟ ਰੈਜੀਮੈਂਟ। ਤੇ ਆਪਾਂ ਨੂੰ ਕੀ ਪਤਾ ਪੈਰਾਸ਼ੂਟ ਕੀ ਹੁੰਦੀ। ਉਦੋਂ ਜਦੋਂ ਜਹਾਜ਼ 'ਚ ਖੜੇ ਹੋਏ ਨਾ, ਕਿਤੇ ਥੱਲੇ ਛਾਲ ਮਾਰਨੀ ਤੇ ਗੇਟ ਪਹਿਲਾਂ ਖੋਲ ਕੇ ਅਫਸਰ ਨੂੰ ਖੜਾ ਕਰ ਦਿੰਦੇ ਆ, ਤੇ ਇੱਥੋਂ ਨਾ ਊਠ ਸਾਕੂ ਗਾੜਾ ਗਾੜਾ ਪਸੀਨਾ ਨਿਕਲਦਾ, ਇੰਨਾ ਡਰ ਲੱਗਦਾ ਉਦੋਂ ਪਹਿਲੇ ਜੰਪ 'ਚ। ਉਦੋਂ ਮੈਂ ਕਿਹਾ ਯਾਰ ਪੰਗਾ ਹੀ ਲੈ ਲਿਆ ਤਾਂ ਇੱਥੇ ਆ ਕੇ। ਤੋ ਕਹਿਣ ਦਾ ਮਤਲਬ ਹੈ ਕਿ ਮੈਂ ਪੈਰਾਸ਼ੂਟ 'ਚ ਆ ਗਿਆ ਤੇ ਮੈਂ ਅੰਡਰ ਪ੍ਰੋਬੇਸ਼ਨ ਹੁੰਦਾ ਉੱਥੇ ਅਫਸਰ, 1 ਮਹੀਨਾ ਤੁਸੀਂ ਅੰਡਰ ਪ੍ਰੋਬੇਸ਼ਨ। ਇਹ ਪਾਰਟ ਤੁਹਾਡਾ ਮੈਂ ਬਾਅਦ ਸੁਣ ਲਾ, ਇੱਕ ਛੋਟਾ ਜਿਹਾ ਬ੍ਰੇਕ ਲੈ ਲਓ। ਯੈਸ, ਇੱਕ ਛੋਟਾ ਵਕਫਾ ਲਵਾਂਗੇ, ਵਕਫੇ ਤੋਂ ਵਾਪਸ ਆਵਾਂਗੇ। ਕੈਪਟਨ ਚੰਦ ਸਿੰਘ ਸਿੱਧੂ ਦੇ ਉਹ ਹਿੱਸੇ ਤੁਹਾਨੂੰ ਅੱਜ ਸੁਣਾਵਾਂਗੇ ਜਿਹੜੇ ਇਸ ਤੋਂ ਪਹਿਲਾਂ ਇਹਨਾਂ ਨੇ ਕਿਸੇ ਨਾਲ ਸਾਂਝੇ ਨਹੀਂ ਕੀਤੇ। ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਪ੍ਰੋਬੇਸ਼ਨ ਪੀਰੀਅਡ ਤੋਂ ਬਾਅਦ ਬ੍ਰੇਕ ਵੀ ਲੱਗ ਸਕਦੀ ਹੈ ਤੇ ਰੈਗੂਲਰ ਵੀ ਹੋ ਸਕਦਾ ਬੰਦਾ। ਤੇ ਕੈਪਟਨ ਚੰਦ ਸਿੰਘ ਸਿੱਧੂ, ਆਪ ਤੁਸੀਂ ਆਪਣੀ ਗੱਲ ਪੂਰੀ ਕਰ ਸਕਦੇ ਹੋ ਪ੍ਰੋਬੇਸ਼ਨ ਪੀਰੀਅਡ। ਹਾਂ, ਮੈਨੂੰ ਪੈਰਾ 'ਚ ਨਾ ਪ੍ਰੋਬੇਸ਼ਨ ਤੇ ਰੱਖਦੇ ਤੁਹਾਨੂੰ ਪੈਰਾਜ਼ ਦੇ ਵਿੱਚ ਕਿ ਤੁਸੀਂ ਪੈਰਾਜ਼ ਦੇ ਫਿੱਟ ਹੈ ਜੇ ਕਿ ਨਹੀਂ। ਕਿਉਂਕਿ ਪੈਰਾਜ਼ ਦੇ ਵਿੱਚ ਤੁਹਾਨੂੰ ਇਨਸਟੈਂਟ ਇਮੀਡੀਏਟ ਅਰਜੈਂਟ ਜਿਹੜਾ ਇੰਡੀਪੈਂਡੈਂਟ ਡਿਸੀਜਨ ਲੈਣੇ ਪੈਂਦੇ ਆ। ਤੁਸੀਂ ਕਮਾਂਡਿੰਗ ਅਫਸਰ ਦੇ ਕਿਤੋਂ ਦੂਰ ਹੁੰਦੇ ਜੇ ਕਿਤੇ ਡਿੱਗੇ ਕਿਤੇ ਨਹੀਂ ਡਿੱਗੇ, ਤੇ ਤੁਹਾਨੂੰ ਆਪ ਲੈਣੇ ਪੈਂਦੇ। ਤੇ ਉਹ ਤੁਹਾਡੇ ਸਾਰੇ ਇਨੀਸ਼ੀਏਟਿਵ ਸਾਰਾ ਟੈਸਟ ਕਰਦੇ ਆ। ਤੇ ਉਹ ਉਹਨਾਂ ਨੇ ਜਦ ਮੈਂ ਪ੍ਰੋਬੇਸ਼ਨ 'ਤੇ ਸੀਗਾ, ਤੇ ਜਿਹੜਾ ਮੇਰਾ ਪ੍ਰੋਬੇਸ਼ਨ ਅਫਸਰ ਸੀਗਾ ਉਹਨੇ ਮੈਨੂੰ ਇਹ ਨਹੀਂ ਪੁੱਛਿਆ ਵੀ ਮੈਂ ਕੌਣ ਆ, ਮੈਂ ਕਿੱਥੋਂ ਆਇਆ, ਮੇਰੀ ਕੀ ਕੁਆਲੀਫਿਕੇਸ਼ਨ ਹੈ, ਮੈਂ ਗੇਮ ਖੇਡਦਾ ਸੀ ਨਹੀਂ ਖੇਡਦਾ ਸੀ। ਉਹ ਇੱਕੋ ਦਿਮਾਗ 'ਤੇ ਲਾ ਕੇ ਬੈਠੇ ਹੋਏ ਸੀ ਸਾਰੀ ਪਲਟਨ ਦੇ ਅਫਸਰ। ਸ਼ਾਮ ਨੂੰ ਇਕੱਠੇ ਹੁੰਦੇ ਨਾ, ਦਾਰੂ ਸ਼ਾਰੂ ਪੀਂਦੇ। ਉਹ ਗੁਲਵੀਰ ਬਾਠ ਭੇਜਤਾ 1 ਪੈਰਾ 'ਚ ਇੰਡੀਆ ਦਾ ਹਾਕੀ ਪਲੇਅਰ, ਉਹ ਜਸਾਮੀ ਕੰਪਨੀ 'ਚ ਇੰਡੀਆ ਦਾ ਬਾਸਕਟਬਾਲ ਪਲੇਅਰ ਭੇਜਤਾ। ਉਹ ਸਾਨੂੰ ਐਵੇਂ ਭੇਜਤਾ ਰਹਿਣ ਖੂਨ, ਨਾ ਇਹਨੂੰ ਅੰਗਰੇਜ਼ੀ ਬੋਲਣੀ ਆਉਂਦੀ ਹੈ, ਨਾ ਇਹਨੂੰ ਡਰੈਸਅਪ ਹੋਣਾ ਆਉਂਦਾ। ਤੁਹਾਨੂੰ ਰਹਿਣ ਖੂਨ ਦੱਸਦੇ ਸੀ? ਮੈਨੂੰ ਰਹਿਣ ਖੂਨ ਦੱਸਣਾ।
मतलब आपदे आप बड़ा सुपीरियर दस देना ना, हम NDA के हैं, हम फलाने हैं, तो वो मैनू कहते सानू एवें भेजता। तो मैनू किसी ने पूछा ही नहीं, हुण मैं उन्होंने आपे थोड़ी दसदा फिर कि CO कहंदा 2IC कहंदा ऑफिशियल CO कहंदा सान है जट्टां दा मुंडा ते भजदा तां फड़िया नहीं जांदा सारी पलटन च किसे तो, क्योंकि वो बरसातां दे दिन सी, रगबी खेडदे सी, फुटबाल लैके भजना, ते सारी पलटन च मैं किसे तो फड़िया नहीं सी जांदा। कहंदा वो सान है, कहंदा तनख्वाह मिलेगी, कपड़े भी बना लेगा, तो आपां किहड़ा अंग्रेजी घरों सिक्खे, आपां भी इत्थे सिक्खी, ये भी अंग्रेजी सीख जाएगा। वो मन्ने नहीं, कहते नहीं ना 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 असीं तां इहनूं बाहर भेजना। तो मेरे नेबर सीगे कैप्टन गरेवाल, ही केम एंड टोल्ड मी कि बड़ी बहस हुई, CO साहब तुहाडे बड़े हक च बोले, वो बाकी नहीं मन्ने, कहंदा 10-12। तो मैं क्या ठीक है यार, मेरी पेरेंट यूनिट फर्स्ट सिख है, तो महिंद्रा कॉलेज में सैकटरी रहा भंगड़ा टीम का, तो ऑल ओवर इंडिया असीं जितया है। तो मैं क्या सिखां जावांगे आपदी पलटन च, मैं कालियां पीलियां तो की लैना, भंगड़े पावांगे, नाले सिखांगे नाले सिखावांगे, उत्थे महिंद्रा कॉलेज है, पलटन मेरी घर मेरे च बैठी है। तो मैं फिर मैनूं अंदरों गुस्सा ही बड़ा आया। मैं क्या यार आपदे नूं की समझदे आ? कहंदे एक चांस हैगा तेरा। मैं क्या की चांस है? कहंदा 28 तरीक नूं जनरल चौधरी ट्रॉफी कंपीटीशन है साडे ना, वैसे एक पलटून भजदी है, तो साडे पूरी बटालियन भजाउंदे है, सारा पैरा ब्रिगेड ही दौड़ाउंदे 40 किलोमीटर 50 किलोमीटर वाट एवर इट वास, तो पूरे FSF नाल भजाउंदे है। कहंदा जे तूं उहदे च अफसरां च फस्ट आ जाए, 70 अफसर ने, कहंदा तूं अफसरां च फस्ट आ जा, तो उत्थे चीफ ऑफ आर्मी स्टाफ भी होगा, उत्थे कर्नल ऑफ द रेजिमेंट जनरल इंदर गिल भी होएगा, उत्थे ब्रिगेड कमांडर भी होएगा, हो सकदा तेरी गल बन जाए। मैं आई गिव हिम ए स्माइल, तो मैं दिल च भाफ लिया कि मैं सारा पैरा ब्रिगेड रगड़ दूंगा तुहाडा, तुसीं मैनूं समझ के रखिया। रगड़ता ही फिर रगड़ता, फस्ट आया 40 मिनट का फर्क दिता, 40 मिनट्स डिफरेंस टू द सैकेंड चैप, तो आंदे ही मैनू कर्नल रेजिमेंट ने चुक लिया मोढ़ियां ते, कहंदा तीरथ ब्रिगेड कमांडर नूं कहंदा कैन अफसर स्टैंड फस्ट इन पैरा ब्रिगेड, कभी पैरा ब्रिगेड अफसर फस्ट आ सकता है? कहंदा नहीं आ सकता सर। कहंदा चंदन हैज़ डन इट 5 पैराज। कहंदा इहने मुंडे ने कहंदा क्या कमाल है, कहंदा हेयर आफ्टर इनू अज तो लैके रनिंग हॉर्स ऑफ पैरा ब्रिगेड नाम दे दिओ। तो मैं हरी पग बनी सी, ये मैरून पग्गां बनते ने। कहंदा CO नूं कहंदा ये क्यों वाई मैरून हरी पग क्यों बननी है? सर प्रबेशन ते जी अजे इहदी प्रबेशन। कहंदा माई फुट, कहंदा सन वेलकम यू टू फैमिली ऑफ पैरा ट्रूपर, जनरल साहब कहंदे। मैं क्या थैंक यू सर। कहंदा गिव हिम मैरून टर्बन फ्रॉम माई साइड, मेरे नूं मैरून टर्बन दे दिओ। ਤੁਹਾਡੇ ਇੰਨਾ ਕੁਛ ਹੈ ਤੁਹਾਡੇ ਜ਼ਿੰਦਗੀ ਦੇ ਵਿੱਚ, ਤੁਸੀਂ ਐਥਲੀਟ ਬੜੇ ਤਕੜੇ ਰਹੇ ਹੋ, ਘੋੜਾ ਤੁਹਾਨੂੰ ਕਿਹਾ ਜਾਂਦਾ ਸੀਗਾ, ਫਿਰ ਭੰਗੜੇ ਦੇ ਤੁਸੀਂ ਟੌਪ ਦੇ ਕਲਾਕਾਰ ਰਹੇ ਹੋ। ਅੱਜ ਆਪਦੇ ਆਪ ਨੂੰ ਕਿੱਥੇ ਮਹਿਸੂਸ ਕਰਦੇ ਹੋ? 80 ਸਾਲ ਦੀ ਉਮਰ ਹੋ ਗਈ ਤੁਹਾਡੀ, ਤੁਸੀਂ ਹਜੇ ਵੀ ਬੋਲਣ ਚੱਲਣ ਦੇ ਵਿੱਚ ਸਭ ਕੁਝ ਫਿੱਟ ਲੱਗਦੇ ਹੋ, ਪਰ ਜਦੋਂ ਆਹ ਦਰਦ ਤੁਹਾਡੇ ਅੱਗੇ ਆਉਂਦਾ ਉਦੋਂ ਆਪਦੇ ਆਪ ਨੂੰ ਕੁਛ ਮਹਿਸੂਸ ਕਰਦੇ ਹੋ ਕਿ ਮੈਂ ਜਕੜਿਆ ਹੋਇਆ? ਨਾ 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 ਨਾ, ਦੇਖੋ ਮੈਂ ਜਿੰਨੇ ਵੀ ਡਿਸੇਬਲ ਦੇਖੇ, मैं उन्होंने मैंटली डिप्रैस देखा, उन्होंने फेस से मैं डिप्रैशन देखा। तुसी मेरे फेस से कभी डिप्रैशन देखा? नहीं देखा, मैं तां ही पूछ रहा। मैं जदों हॉस्पिटल सी ना, मैं 1 साल हॉस्पिटल रहा, 1 साल बाद मैं बैठा किया गया सी, मैं लाइन ही रहा, मेरी तो रीढ़ की हड्डी भी सीधी जुड़ चुकी सी, मतलब स्टिफ हो गई सी। मेरा 6 महीनों बाद तो फीमर ऑपरेशन किया, 3 महीने फिर मैं प्लस्टर च रहा, कैलेंडर 2 मंथ्स फुल बॉडी इन प्लस्टर। इत्थे मेरी चेस्ट बाहर सी, बाकी सारी बॉडी प्लस्टर च, पूरी बॉडी प्लस्टर च, साह भी नहीं सी लै सकदे। तो उस दे बावजूद भी मैं हसदा ही रहिंदा सी, पर मैं कंबल लैके ना रात नूं कल्ला रो लैंदा सी भी ये मेरे नाल होया कि ये 22 साल की उम्र सी सारी, 22.5 साल की, कि मेरे नाल की होया? मैं तो किसी का बुरा ही नहीं किया जिंदगी च, ये मेरे नाल की हो गया? तो पर मैं दिन के टाइम ते हसदा रहिंदा सी। तुहाडीਆਂ ਅੱਖਾਂ 'ਚ ਹੁਣ ਵੀ ਪਾਣੀ ਹੈਗਾ थोड़ा जिहा? वो तुसीं मैनूं याद कराता पुराना कि मैं की सीगा। मैं भजदा हुंदा सी, मैनूं दुनिया देखदी, मेरा 7.5 फुट का स्टैप हुंदा सी। तो हुण जद पुरानियां यादां आउंदियां ना, फिर वो मैनूं पुराना हॉस्पिटल का याद आ गया। मैं रात नूं रोंदा हुंदा सी ते दिने हसदा रहिंदा सी। तो वो सारियां नर्सां जिहड़ियां सी, वो जाके दसदियां हुंदियां सी भी वो ही इज़ नॉट बॉदर्ड, ही इज़ ऑलवेज स्माइलिंग। तो पर मैनूं इन्ना नहीं सी पता कि मैं इन्ना फिट हो जाऊँगा। आई नैवर थॉट, कभी मैं सोचा ही नहीं सी कि मैं इन्ना फिट हो जाऊँगा जिन्ना मैं बाद फिट हो गया।
ਲੱਤ ਵੀ ਮੇਰੀ ਠੀਕ ਹੋ ਗਈ। ਮੈਂ ਜਦੋਂ ਮੇਰਾ ਆਪਰੇਸ਼ਨ ਕਰਨ ਲੱਗੇ, ਜਨਰਲ ਬਰਾੜ ਸੀਗਾ ਚੀਫ, ਜਿਹੜਾ ਸਾਡਾ ਸਰਜਨ ਸੀਗਾ, ਤੇ ਮੈਂ ਪਹਿਲਾਂ ਤਾਂ ਐਂ ਹੀ ਲੱਤਾਂ ਨੂੰ ਨਾ ਮੇਰੀ ਇੱਥੋਂ ਰੋਡ ਪਾ ਕੇ ਖਿੱਚ ਦਿੱਤਾ ਕਿ ਲੱਤ ਲੰਬੀ ਹੋ ਜਾਏਗੀ, ਹੱਡੀ ਲੰਬੀ ਐਂ ਹੀ ਜੁੜ ਜੂਗੀ। ਉਹ ਮੈਂ ਕਿਹਾ ਸਰ ਮੇਰੀ ਤਾਂ 4 ਇੰਚ 2 ਇੰਚ ਲੱਤ ਛੋਟੀ ਹੋ ਜਾਣੀ ਹੈ। ਤੇ ਕਹਿੰਦਾ ਓਕੇ। ਫਿਰ ਉਹਨੇ ਆਪਰੇਸ਼ਨ ਦੀ ਤਿਆਰੀ ਕਰ ਲਈ ਵੀ ਆਪਰੇਸ਼ਨ ਹੀ ਕਰਨਾ ਪੈਣਾ, ਯੰਗ ਮੁੰਡਾ। ਮੈਂ ਕਿਹਾ ਮੇਰੀ ਉਮਰ ਕਿੰਨੀ ਹੈ, ਤੇ ਮੈਂ ਕਿਹਾ ਜਾਂ ਤਾਂ ਫਿਰ ਮੈਨੂੰ ਮਰੀ ਜਾਣ ਦਿਓ। ਜਦੋਂ ਮੈਨੂੰ ਆਪਰੇਸ਼ਨ ਥੀਏਟਰ 'ਚ ਐਨਸਥੀਸੀਆ ਦੇਣ ਲੱਗੇ, ਮੈਂ ਕਿਹਾ ਸਰ ਆਈ ਹੈਵ ਅ ਰਿਕੁਐਸਟ। ਕਹਿੰਦਾ ਕਿ? ਮੈਂ ਕਿਹਾ ਜੇ ਤਾਂ ਮੇਰੀ ਲੱਤ ਹੋਈ ਨਾ ਸ਼ਾਰਟ, ਲੈਟ ਮੀ ਡਾਈ ਔਨ ਦਾ ਟੇਬਲ, ਨਹੀਂ ਤਾਂ ਫਿਰ ਮੈਂ ਆਪਣੇ ਆਪ। ਮੈਂ ਕਿਹਾ ਮੈਂ ਕ੍ਰਿਪਲਡ ਲਾਈਫ ਨਹੀਂ ਦੇਖਣੀ। ਆਈ ਡੋਂਟ ਵਾਂਟ ਟੂ ਸੀ, ਆਈ ਲੌਸ ਮਾਈ ਰਾਈਟ ਆਰਮ, ਆਈ ਡੂ ਨਾਟ ਵਾਂਟ ਮਾਈ ਲੈਗ ਟੂ ਬੀ ਸ਼ਾਰਟਨ। ਕਹਿੰਦਾ ਕਾਊਂਟ 1 2 3। ਉਹ 1 2 3 ਤੇ ਬੇਹੋਸ਼ ਹੋ ਗਏ। ਅੱਜ ਦੈਨ ਹੀ ਸਪੈਂਡ 6 to 7 ਆਵਰਸ ਔਨ ਮਾਈ ਆਪਰੇਸ਼ਨ। ਮੇਰੀ ਸਾਰੀ ਇਹ ਲੱਤ ਸਾਰਾ ਇੱਧਰੋਂ ਸਾਰੀ ਇੱਧਰੋਂ ਕੱਟ ਕੇ ਹੱਡੀ ਚੁੱਕ ਕੇ ਬਾਹਰ ਰੱਖ ਲਈ, ਨੀ ਤੋਂ ਵੀ ਕੱਢ ਕੇ ਪਿੱਛੋਂ ਵੀ ਹੱਡੀ ਚੁੱਕ ਕੇ ਸਾਰੀ ਬਾਹਰ ਰੱਖ ਕੇ ਤੇ ਉਹਨੇ ਨਾਪੀ। ਹੀ ਟੋਲਡ ਮੀ ਐਵਰੀਥਿੰਗ ਕਿ ਹਾਊ ਮੱਚ ਆਈ ਸਪੈਂਡ, ਮੈਂ ਕਿੰਨਾ ਟਾਈਮ ਤੇਰੇ 'ਤੇ ਲਾਇਆ। ਤੇ ਉਹ ਸਾਰਾ ਉਹਨੇ ਹੱਡੀ ਨੂੰ ਨਾਪ ਕੇ ਪੂਰਾ ਕਰਕੇ ਤੇ ਉੱਤੇ ਜਿੱਥੋਂ ਟੁੱਟੀ ਸੀ ਨਾ ਉੱਥੇ ਇੱਥੋਂ ਚਿਪੜੀਆਂ ਕੱਟ ਕੇ ਉੱਤੇ ਲਾ ਕੇ ਤੇ ਉੱਤੇ ਪੂਰੀ ਤਾਰ ਲਾਈ ਤਾਂਬੇ ਦੀ, ਜਿਵੇਂ ਸ਼ਾਮਾਂ ਨਹੀਂ ਪੁਰਾਣੀਆਂ ਡਾਂਗਾਂ 'ਤੇ ਬੰਨ੍ਹਦੇ ਹੁੰਦੇ ਸੀ, ਐਂ ਕਰਕੇ ਤੇ ਕਿੱਲ ਗੱਡੇ ਪੂਰੀ ਹੱਡੀ ਬਰਾਬਰ ਕਰਕੇ ਤੇ ਵਾਪਸ ਕਰਕੇ ਤੇ ਫਿਰ ਪੂਰੇ ਟਾਂਕੇ ਲਾਤੇ। ਤੇ ਉਹ ਮੈਨੂੰ ਰੋਜ਼ ਮਿਲਣਾ ਆਇਆ ਕਰੇ ਹਸਪੀਟਲ 'ਚ, ਕਿਉਂਕਿ ਸਾਰਾ ਪੱਟ ਚੀਰਿਆ ਸੀ, ਸਾਰਾ ਮਸਲ ਚੀਰਿਆ ਸੀ, ਤੇ ਮੈਨੂੰ ਪੇਨ ਹੁੰਦੀ ਤੇ ਮੈਨੂੰ ਮੋਰਫੀਆ ਲਗਾਉਂਦੇ ਸੀ। ਉਹ ਮੈਨੂੰ ਸਵੇਰੇ ਆਇਆ ਕਰਦੇ ਮਿਲਣ 8:30 ਵਜੇ ਕਿ ਆਈ ਮਸਟ, ਮੈਂ ਦੱਸ ਕੇ ਆਵਾਂ ਕੋਈ ਬੇਟਾ ਤੇਰੀ ਸ਼ਾਰਟਨਿੰਗ ਨਹੀਂ ਹੈ ਲੱਤ 'ਚ, ਤੇ ਮੈਂ ਮੋਰਫੀਆ ਨਾਲ ਸੁੱਤਾ ਹੋਇਆ ਪੈਰਾ ਕਰਾਂ। ਉਹ ਤੀਜੇ ਕੁ ਦਿਨ ਆਇਆ ਤੇ ਮੈਂ ਜਾਗ ਰਿਹਾ ਸੀ, ਥੋੜੀ ਮੇਰੀ ਪੇਨ ਸਟੇਬਲ ਹੋ ਗਈ ਸੀ। ਤੇ ਕਹਿੰਦਾ ਮੈਂ ਰੋਜ਼ ਆਉਣਾ ਤੈਨੂੰ ਕਿ ਦੱਸਣ ਵਾਸਤੇ, ਤੂੰ ਹਮੇਸ਼ਾ ਹੀ ਸੁੱਤਾ ਪਿਆ ਹੁੰਦਾ ਮੋਰਫੀਆ ਲਗਾ ਕੇ, ਸਨ ਤੇਰੀ ਲੱਤ 'ਚ ਕੋਈ ਸ਼ਾਰਟਨਿੰਗ ਨਹੀਂ ਹੈਗੀ। ਤੇ ਮੈਂ ਕਿਹਾ ਥੈਂਕ ਯੂ ਵੈਰੀ ਮਚ ਸਰ। ਕਹਿੰਦਾ ਆਈ ਸਪੈਂਟ 8 ਆਵਰਸ ਔਨ ਯੂਰ ਆਪਰੇਸ਼ਨਸ। ਮੈਂ ਕਿਹਾ ਥੈਂਕ ਯੂ ਵੈਰੀ ਮਚ ਸਰ। ਕਹਿੰਦਾ ਹੁਣ ਜੋ ਤੂੰ ਕਿਹਾ ਸੀ ਮੈਂ ਕਰਤਾ। ਕਹਿੰਦਾ ਜਿਹੜੀ ਮੈਂ ਨਾ ਰੋਡ ਪਾਈ ਹੈ ਤੇਰੇ 1 ਇੰਚ ਲੰਬੀ, ਆਈ ਐਮ ਨੇਲਿੰਗ ਕੀਤੀ ਹੈ। ਉਹ ਜਿਹੜੀ ਰੋਡ ਹੈ ਉਹ ਕਹਿੰਦਾ 12 ਮਿਲੀਮੀਟਰ ਥਿਕ ਹੈ, ਤੇਰੀ ਹੱਡੀ ਬਹੁਤ ਮੋਟੀ ਹੈ, ਉਹ ਇਹਦੇ 'ਚ ਹੈਗੀ ਲੂਜ਼। ਮੈਨੂੰ 13 ਮਿਲੀਮੀਟਰ ਘੱਟੋ ਘੱਟ ਚਾਹੀਦੀ, ਉਹ ਮਿਲੀ ਨਹੀਂ। ਮੈਂ ਆਲ ਇੰਡੀਆ ਇੰਸਟੀਚਿਊਟ 'ਚ 2 ਘੰਟੇ ਲਾ ਕੇ ਭੇਜਿਆ, ਤੈਨੂੰ ਬੇਹੋਸ਼ ਰੱਖਿਆ, ਕਹਿੰਦਾ ਮੈਨੂੰ ਨਹੀਂ ਮਿਲੀ। ਤੇ ਕਹਿੰਦਾ ਹੁਣ ਜੇ ਮਾੜੀ ਮੋਟੀ ਤੂੰ ਹੱਡੀ, ਵੈਸੇ ਤਾਂ ਤੈਨੂੰ ਮੈਂ ਪਲਾਸਟਰ 'ਚ ਪਾਉਣਾ ਨਹੀਂ ਕਿਉਂਕਿ ਨੇਲਿੰਗ ਹੋ ਗਈ ਤੇ ਪਲਾਸਟਰ 'ਚ ਮਤਲਬ ਹੀ ਕੋਈ ਨਹੀਂ। ਕਹਿੰਦਾ ਪਰ ਮਾੜਾ ਮੋਟਾ ਜਿਹਾ ਹਿੱਲ ਗਿਆ ਤੇ ਹੱਡੀ ਤੇਰੀ ਹਿੱਲ ਗਈ ਤੇ ਫਿਰ ਤੇਰੀ ਸ਼ਾਰਟਨਿੰਗ ਹੋ ਗਈ ਤੇ ਤੂੰ ਤਾਂ ਮੈਨੂੰ ਸਾਰੀ ਉਮਰ ਨਹੀਂ ਛੱਡਣਾ। ਹੁਣ ਮੈਂ ਤੈਨੂੰ ਪਲਾਸਟਰ 'ਚ ਪਾਊਂਗਾ 2 ਮਹੀਨੇ, ਤੂੰ ਵੀ ਹੁਣ ਮੇਰੀ ਗੱਲ ਮੰਨ ਲੈ। ਮੈਂ ਵੀ ਟੌਰ ਨਾਲ ਕਹਿ ਤਾ ਪਾ ਦਿਓ। ਤੂੰ ਇੱਥੋਂ ਲੈ ਕੇ ਸਾਰਾ ਹੀ ਮੈਨੂੰ ਸਾਹ ਨਾ ਆਇਆ, ਮੈਂ ਬੇਹੋਸ਼ ਹੋ ਜਾ ਕਰਾਂ। ਫਿਰ ਮੈਂ ਸਿਸਟਰ ਨੂੰ ਕਿਹਾ ਮੇਰਾ ਇੱਥੋਂ ਚੈਸਟ ਨੰਗੀ ਕਰ ਦਿਓ, ਥੋੜ੍ਹਾ ਜਿਹਾ ਇੱਥੋਂ ਪਲਾਸਟਰ ਕਰ ਦਿਓ। ਕਹਿੰਦੀ ਨੋ ਵੇ, ਬਿਲਕੁਲ ਵੀ ਨਹੀਂ। ਮੈਂ ਉਹਨੂੰ ਸਵੀਪਰ ਨੂੰ ਕਿਹਾ, ਮੈਂ ਕਿਹਾ ਯਾਰ ਤੂੰ ਨਾ ਮੈਨੂੰ ਬਲੇਡ ਲਿਆ ਦੇ। ਕਹਿੰਦਾ ਕੀ ਕਰਨਾ? ਮੈਂ ਕਿਹਾ ਮੈਂ ਥੋੜ੍ਹਾ ਜਿਹਾ ਰਾਤ ਨੂੰ ਇੱਥੋਂ ਪਲਾਸਟਰ ਕੱਟ ਦਿਆਂਗਾ, ਮੈਨੂੰ ਸਾਹ ਆਏ, ਮੇਰੀ ਰਿਪਸ ਤਾਂ ਨੰਗੀਆਂ ਹੋ ਜਾਣ। ਕਹਿੰਦਾ ਲੈ ਤੂੰ ਆਪਦੇ ਨਬਜ਼ ਕੱਟ ਕੇ ਮਰ ਜਾ ਤੇ ਜੇਲ੍ਹ 'ਚ ਮੈਂ ਜਾਵਾਂ, ਮੈਂ ਨਹੀਂ ਲਿਆ ਕੇ ਦਿੰਦਾ। ਤੇ ਸਮਹਾਉ ਮੈਂ ਕਿਸੇ ਤਰ੍ਹਾਂ ਨਾਲ ਬਲੇਡ ਮੰਗਾ ਲਿਆ ਤੇ ਮੈਂ ਰੋਜ਼ ਰਾਤ ਨੂੰ ਉਹਨੂੰ ਕੱਟ ਕੁੱਟ ਕੇ ਤੇ ਮੈਂ ਆਪਣੀ ਚੈਸਟ ਨਾਲ ਨੰਗੀ ਕਰ, ਰਿਬਸ ਨੰਗੀਆਂ ਕਰ ਲਈਆਂ। ਮੈਨੂੰ ਸਾਹ ਸੁਹਾਣਾ ਹੋ ਗਿਆ। ਮੈਂ ਕਿਹਾ ਠੀਕ ਹੈ, ਹੁਣ ਠੀਕ ਹੈ। ਤੋ ਫਿਰ 2 ਮਹੀਨੇ ਮੈਂ ਰੋਜ਼ ਕਾਊਂਟ ਕਰ ਰਿਹਾ ਸੀ, ਅੱਜ ਇੰਨੇ ਦਿਨ ਰਹਿ ਗਏ, ਅੱਜ ਇੰਨੇ ਦਿਨ ਰਹਿ ਗਏ। ਇਹ ਤੁਸੀਂ ਆਪਦੇ ਪੰਨੇ ਇੰਨੇ ਜ਼ਿੰਦਗੀ ਦੇ ਲੁਕੋ ਕੇ ਕਿਉਂ ਰੱਖੇ? ਲੁਕੋ ਕੇ ਤਾਂ ਨਹੀਂ ਰੱਖੇ, ਚੱਲਦੇ ਹੀ ਰਹੇ ਪੰਗੇ ਤਾਂ। ਮਤਲਬ ਮੈਂ ਕਦੇ ਤੁਹਾਡੇ ਕਿਸੇ ਇੰਟਰਵਿਊ ਦੇ ਵਿੱਚ ਨਹੀਂ ਇਹ ਸੁਣਿਆ ਪਾਰਟ। ਨਹੀਂ, ਪਰ ਇਹ ਮੈਨੂੰ ਕਿਸੇ ਨੇ ਪੁੱਛਿਆ ਹੀ ਨਹੀਂ। ਉਸ ਤੋਂ ਬਾਅਦ ਜਿਸ ਦਿਨ ਲਾਸਟ ਡੇ ਸੀ ਨਾ, ਮੇਰਾ ਪਲਾਸਟਰ ਉਤਰਨਾ ਸੀ ਤੇ ਉਹ ਸਾਡਾ ਕਮਾਂਡੈਂਟ ਸੀਗਾ, ਕਰਨਲ ਸਿਨਹਾ ਸੀਗਾ ਵਾਰਡ ਇੰਚਾਰਜ। ਤੇ ਮੈਂ ਕਿਹਾ ਸਰ ਐਂਬੂਲੈਂਸ ਮੰਗਵਾਓ, ਮੇਰਾ ਪਲਾਸਟਰ ਉਤਰਨਾ ਚਾਹੀਦਾ, ਮੈਂ ਤਾਂ 2 ਮਹੀਨੇ ਮਸਾਂ ਕੱਟਿਆ। ਤੇ ਕਹਿੰਦਾ ਐਂਬੂਲੈਂਸ ਨਹੀਂ ਆ ਰਹੀ। ਮੈਂ ਕਿਹਾ ਜੀ ਐਂ ਕਰੋ ਬਾਜ਼ਾਰੋਂ ਟੈਕਸੀ ਲਿਆਓ, ਮੈਂ ਪੈਸੇ ਦਊਂਗਾ, ਮੈਂ ਤਾਂ ਪਲਾਸਟਰ ਕਟਾਣਾ ਹੀ ਕਟਾਣਾ ਅੱਜ। ਤੇ 2 ਵਜੇ ਜਾ ਕੇ ਮਸਾਂ ਹੀ ਲੜ ਝਗੜ ਕੇ ਮੇਰਾ ਪਲਾਸਟਰ ਕੱਟਿਆ ਗਿਆ, ਨਹੀਂ ਤਾਂ 1 ਦਿਨ ਹੋਰ ਰੱਖਣਾ ਚਾਹੁੰਦੇ ਸੀ ਅਜੇ ਮੈਨੂੰ। ਚਲੋ ਇੱਕ ਹੋਰ ਛੋਟਾ ਜਿਹਾ ਬ੍ਰੇਕ ਲਵਾਂਗਾ, ਬ੍ਰੇਕ ਤੋਂ ਵਾਪਸ ਆਵਾਂਗੇ। ਕੈਪਟਨ ਚਰਨ ਸਿੰਘ ਸਿੱਧੂ ਦੇ ਉਹ ਹਿੱਸੇ ਮੈਂ ਤੁਹਾਨੂੰ ਵਾਅਦਾ ਕੀਤਾ ਸੁਣਾਉਂਗਾ ਜਿਹੜੇ ਇਸ ਤੋਂ ਪਹਿਲਾਂ ਤੁਸੀਂ ਨਹੀਂ ਸੁਣੇਗੇ। ਪਰ ਕੈਪਟਨ ਚਰਨ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਤੇ ਕਰੀਬੀ ਕਿਵੇਂ ਹੋ ਕੇ ਤੇ ਸਿਮਰਜੀਤ ਸਿੰਘ ਮਾਨ ਦੇ ਨੇੜੇ ਕਿਵੇਂ ਹੋ ਗਏ ਤੇ ਇਹ ਚੋਣਾਂ ਕਿਉਂ ਲੜਨ ਪਹੁੰਚ ਗਏ ਤੇ ਉੱਥੇ ਹਾਰ ਕਿਉਂ ਗਏ, ਇਹ ਸਵਾਲ ਵੀ ਹੋਣਗੇ। ਵਾਪਸ ਆ ਰਹੇ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਕੈਪਟਨ ਚਰਨ ਸਿੰਘ ਸਿੱਧੂ ਸਾਡੇ ਨਾਲ ਮੌਜੂਦ ਹੈ। ਕੈਪਟਨ ਚਰਨ ਸਿੰਘ ਸਿੱਧੂ, ਹੁਣ ਮੈਂ ਤੁਹਾਡੀ ਸਿਆਸੀ ਪਾਰੀ ਦਾ ਜ਼ਿਕਰ ਕਰਨਾ ਚਾਹੁੰਦਾ।
ਤੁਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਕੀਤੀ, ਇਹ ਸਾਨੂੰ ਪਹਿਲਾਂ ਪਤਾ ਹੀ ਨਹੀਂ ਸੀਗਾ। ਇਹ ਤਾਂ 1988 ਚ ਐਕਚੁਅਲੀ ਮੇਰੀ ਪੋਲੀਟੀਕਲ ਸਟਾਰਟ ਹੋਈ 1980 ਚ। ਮੈਂ ਤਾਂ ਆਰਮੀ ਛੱਡ ਕੇ ਆਇਆ ਤੇ ਮੈਂ ਆਪਣਾ ਫਾਰਮ ਡਿਵੈਲਪ ਕਰ ਰਿਹਾ ਸੀ ਉੱਥੇ ਆਪਣੇ ਪਿੰਡ ਪਟਿਆਲੇ ਕੋਲੇ, ਬਹਾਦਰਗੜ੍ਹ ਦੇ ਕੋਲੇ ਸਾਡਾ ਪਿੰਡ ਹੈ ਘਨੌਰ ਬਲਾਕ 'ਚ। ਤੇ ਉੱਥੇ 1980 ਚ ਅਮਰਿੰਦਰ ਸਿੰਘ ਪਾਰਲੀਮੈਂਟ ਦੀ ਇਲੈਕਸ਼ਨ ਡਿਕਲੇਅਰ ਹੋ ਗਈ ਤੇ ਅਮਰਿੰਦਰ ਸਿੰਘ ਵਾਂਟਡ ਟੂ ਫਾਈਟ ਪਾਰਲੀਮੈਂਟ ਇਲੈਕਸ਼ਨ ਲੜਨਾ ਚਾਹੁੰਦੇ ਸੀ ਉੱਥੋਂ, ਤੇ ਪਹਿਲਾਂ ਵੀ ਲੜੇ ਸੀ ਤੇ 83,000 ਨਾਲ ਹਾਰੇ ਸੀ, ਤੇ ਘਨੌਰ ਦੇ ਵਿੱਚੋਂ 35,000 ਦੀ ਲੀਡ ਨਾਲ ਇਹ ਹਾਰੇ ਸੀ ਘਨੌਰ ਬਲਾਕ ਚੋਂ। ਤੇ ਇਹਨਾਂ ਨੇ ਉਹਨਾਂ ਦੇ ਬ੍ਰਿਗੇਡੀਅਰ ਸੀਗੇ ਰਿਸ਼ਤੇਦਾਰ ਕੋਈ, ਤੇ ਉਹਨਾਂ ਨੂੰ ਬੁਲਾਇਆ, ਕਹਿੰਦਾ ਜੀ ਕੋਈ ਘਨੌਰ 'ਚ ਆਪਾਂ ਬਹੁਤ ਵੀਕ ਹਾਂ, ਬ੍ਰਿਗੇਡੀਅਰ ਸਾਹਿਬ ਬ੍ਰਿਗੇਡੀਅਰ ਬੰਦ ਸਿੰਘ ਸੀਗੇ ਆਰਮਡ ਕੋਰ ਦੇ, ਆਪਾਂ ਨੂੰ ਕੋਈ ਅਫਸਰ ਨਹੀਂ ਇੱਥੇ ਕੋਈ ਰਿਟਾਇਰਡ ਜਿਹੜਾ ਆਪਣੀ ਕੋਈ ਮਦਦ ਕਰ ਸਕੇ। ਤੇ ਉਹ ਕਹਿੰਦਾ ਸਰ ਇਹ ਤਾਂ ਬੈਕਵਰਡ ਏਰੀਆ, ਇੱਥੇ ਇੱਕੋ ਹੀ ਅਫਸਰ ਹੈ ਕੈਪਟਨ ਚੰਨਨ ਸਿੰਘ ਸਿੱਧੂ, ਤੇ ਉਹ ਹੀ ਆਇਆ, ਕਹਿੰਦਾ ਉਹਨੂੰ ਥੋੜ੍ਹੇ ਜਿਹੇ ਦਿਨ ਹੋਏ ਨੇ ਫੌਜ ਛੱਡ ਕੇ ਆਇਆ ਨੂੰ, ਹੋਰ ਤਾਂ ਕਹਿੰਦਾ ਕੋਈ ਅਫਸਰ ਇੱਥੇ ਹੋਇਆ ਹੀ ਨਹੀਂ। ਤੇ ਉਹ ਕਹਿੰਦਾ ਫਿਰ ਉਹਨੂੰ ਬੁਲਾਓ। ਮੈਨੂੰ ਸਵੇਰੇ 6 ਵਜੇ ਜੀਪ ਆ ਗਈ, ਅਮਰਿੰਦਰ ਸਿੰਘ ਨੇ ਭੇਜੀ ਡਰਾਈਵਰ ਨਾਲ, ਕਹਿੰਦੇ ਜੀ ਤੁਹਾਨੂੰ ਮਹਾਰਾਜ ਸਾਹਿਬ ਨੇ ਬੁਲਾਇਆ, ਤੁਸੀਂ ਨਾਸ਼ਤਾ ਉਹਨਾਂ ਨਾਲ ਕਰਨਾ। ਇਹਨਾਂ ਟਿੱਕੇ ਟੁੱਕੇ ਸਾਰੇ ਮੇਰੇ ਨਾਲ ਮਹਿੰਦਰਾ ਕਾਲਜ ਪੜ੍ਹਦੇ ਰਹੇ ਨੇ, ਪਰ ਇਹ ਸਾਡੇ ਨਾਲ ਪੜ੍ਹੇ ਹੀ ਨਹੀਂ, ਇਹ ਤਾਂ ਬਾਹਰ ਪੜ੍ਹੇ, ਡੂਨਸ ਨਾਲ ਲੰਡਨ ਪੜ੍ਹੇ। ਤੇ ਉਹ ਮੈਂ ਕਿਹਾ ਮੈਂ ਜਾਣਦਾ ਤਾਂ ਹੈ ਨਹੀਂ, ਮੈਨੂੰ ਪਤਾ ਨਹੀਂ ਕਦ ਵਾਸਤੇ ਬੁਲਾਇਆ। ਉਹ ਚਲੋ ਮੈਂ ਤਿਆਰ ਤੁਰ ਹੋ ਕੇ ਚਲਾ ਗਿਆ। तो मैंने इलैक्शन का भी नहीं पता भी इन्हें लड़ने या मैंने उस काम वास्ते बुलाया। तो जाने ही मैंने कहते चन्नन विच रेजिमेंट, मैं क्या सर 5th एयरबॉर्न, कहता ओ दैट माई मामा जी कमांडेड दैट बटालियन। मैं क्या कहना कर्नल जे जी, मैं क्या यस ही वॉज आवर कमांडिंग ऑफिसर, ही डाइड इन अगरतला, ही ड्रोन इन ए लेक। तो मैं क्या यस ही वॉज माई कमांडिंग ऑफिसर, कहता तो मेरे सक्के मामा जी सीगे। तो कहता मैं क्या अच्छा सर मैंने तो पता ही नहीं सी। कहता इला तो मुंडा ही घर का निकला है, कहता बई मैं इलैक्शन लड़नी है तो मेरी इतों लूज मैं कर जाना इलैक्शन, तो मेरी मदद कर। मैं क्या सर साढ़े असी आए पाकिस्तान तो, साढ़े 35 लाहौरीए सरपंच ने पाकिस्तानी, और असी सारे कट्टर अकाली हाँ जब अं पाकिस्तान तो आए हैं। लेकिन पार्लीमेंट इलैक्शन है तो मैं सारिਆਂ ਨੂੰ बुला के ना सलाह कर लेना, एक पॉइंट हैगा तुहाडे हक च ਜਿਹੜਾ मैं ਸਾਰਿਆਂ ਨੂੰ मना लाँगा। कहता कि मैं क्या तुहाडे डैडी 1947 अगस्त च साडे पिंड हैलीकॉप्टर लैके उतरे सी, असी 13 पिंड सिद्धूआं दे सी उत्थे, ते उन्हां नूं पता सी मेरी बरादरी उत्थे बैठी है, क्योंकि उत्थों आ गए इधर नूं बठिंडे तो पटियाले नूं आ गए, असी 12 नूं चले गए। सिर्फ साडे 13 पिंड सिद्धूआं दे सी ते 20,000 साडे उत्थे सीगे बंदे। तो वो मैं क्या बई वो उन्होंने सानू कहा भी तुसी, असीं कहा असीं तो आना ही नहीं, साढ़े तो मुसलमान नेड़े भी नहीं आ सकते, साढ़े सारिਆਂ ਕੋਲ ਉੱਥੇ आने तो लख मार देंगे बंदा। कहता नहीं नहीं हिंदुस्तान पाकिस्तान बन गए, तुहानूं आना ही पैना। तो ही लैफ्ट आर्मी विद अस, एक JCO ते 6 सिपाही छड्डते उन्हें, एक सैक्शन कहते सी। कहते इन्हां नूं 7 घोड़े दे दिओ, एक मशीन गन देती ते ये तुहानूं लैके आणगे पटियाले। सो दे ब्रॉट अस अप टू पटियाला सेफली। जो मुसलमान पैंदे एक मशीन गन फायर करते लत्तां जुत्तियां छड्ड के भज जांदे मुसलमान। तो मैं क्या वो असीं तुहाडा आसान ला देंगे ऐतकी। तो मैं क्या जी मैनूं तुसीं 4-5 दिन का टाइम दिओ। फिर तुसीं जिताया कैप्टन अमरिंदर सिंह। फिर मैं सारे इकट्ठे कर ले, इकट्ठे करके मैं क्या महाराज साहब ने मैनूं बुलाया सी। कैप्टन साहब तुहानूं कहंदे ਸੀ ਸਾਡੇ ਘਰ ਦਾ ਹੀ ਮੁੰਡਾ ਹੈ, ਤੇ ਹੁਣ ਘਰ ਦਾ ਮੁੰਡਾ ਘਰ ਦੇ ਹੀ ਪੋਤੜੇ ਫਰੋਲਦਾ। ਤੁਸੀਂ ਕਦੇ ਅਰੂਸਾ ਆਲਮ ਦਾ ਜ਼ਿਕਰ ਕਰਦੇ ਹੋ, ਕਦੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲਦੇ ਹੋ। नहीं जो ਜਦੋਂ मैं उहदे नाल सी तो मेरा रोल मॉडल सी। ही वॉज माई रोल मॉडल, आई वॉज फॉलोइंग हिम कि इन्ना सच्चा सुच्चा बंदा, इन्ना उच्चा, इन्ना करैक्टर का उच्चा, 1 रुपया नहीं खांदा, इन्ना ईमानदार, ये तो बंदा ही पहली बार लभ्या। लेकिन जदों हर चीज़ देखो तुहानूं शायद ये नहीं पता कि 2002 च मेरी वाइफ भी तो इन्होंने प्रधान बनवा के ले सोनिया गांधी के घरों, तो मैं इन्होंने जाके मालचा मंगते दसिया कि बनाता तुहानूं प्रधान। इन्हें मैनूं कहा तुसीं आओ जी सोनिया नूं मिलो। तो मैं क्या चलो मेरा साला सी बिशप सी नॉर्थ अपने चर्च ऑफ नॉर्थ इंडिया का, तो सोनिया गांधी पैरीं हत्थ लाउंदी सी। तो मैं वाइफ नूं भेज के ते वाइफ सोनिया गांधी के घर भेज के ते बिशप जी मैं इहनूं प्रधान बना के लिया, तो मेरा रोल मॉडल सी। पर जो कारनामे इन्हें चीफ मिनिस्टर बनने तो बाद कीते वो मैं बर्दाश्त नहीं कर सकिया। आई कुडंट टॉलरेट दैट। तो जो इन्हें हुण कीते
ਉਹ ਤਾਂ ਫਿਰ ਸਾਰੀਆਂ ਹੱਦਾਂ ਹੀ ਪਾਰ ਕਰ ਗਏ। ਤੇ ਮੈਂ ਸੱਚ ਬੋਲਣ ਤੋਂ ਹਟ ਨਹੀਂ ਸਕਦਾ। ਹੁਣ ਮੈਨੂੰ ਤੁਸੀਂ ਜੇ ਕੋਈ ਸਵਾਲ ਪੁੱਛੋ ਮੈਂ ਝੂਠ ਕਿਵੇਂ ਬੋਲਾਂ? ਝੂਠੀ ਤਾਰੀਫ ਕਰ ਦਿਆਂ ਕਿਸੇ ਦੀ? ਝੂਠ ਬੋਲ ਕੇ ਹੁੰਦੇ ਤਾਂ ਪੜ੍ਹਦਾ, ਪਰ ਮੈਂ ਤਾਂ ਸੱਚ ਬੋਲ ਦੇਣਾ। ਜਿਹਦੇ ਖਿਲਾਫ ਜਾਂਦਾ ਜਾਏ, ਜਿਹਦੇ ਹੱਕ 'ਚ ਜਾਂਦਾ ਜਾਏ। ਨਹੀਂ, ਦੋ ਸਾਡੂਆਂ ਦੇ ਵਿਚਾਲੇ ਤੁਸੀਂ ਕਿਹੜਾ ਰੋਲ ਪਲੇ ਕਰਦੇ ਪਏ? ਮੈਨੂੰ ਸਮਝ ਨਹੀਂ ਆਈ। ਮੈਨੂੰ ਕੋਈ ਰੋਲ ਨਹੀਂ ਕਿ ਮਾਨ ਦੇ ਨਾਲ ਤਾਂ ਮੈਂ ਆਇਆ 88 'ਚ। ਹਾਂ, ਜਦੋਂ ਮਾਨ ਨੂੰ 85 86 ਦੇ ਵਿੱਚ ਇਹਨਾਂ ਨੇ ਰਾਜਾ ਸਭਾ ਦੀ ਸੀਟ ਤੇ ਹਰਾਤਾ ਬਰਨਾਲੇ ਨੇ, ਤੇ ਅਸੀਂ ਨੌਜਵਾਨ ਸੀਗੇ ਯਾਰ, ਉਦੋਂ ਅਸੀਂ ਯੰਗ ਸੀਗੇ, 30 ਸਾਲ ਦੇ। ਅਸੀਂ ਆਪਦੇ ਨੂੰ ਯੂਥ ਸਮਝਦੇ ਸੀ। ਤੇ ਸਾਨੂੰ ਬੜਾ ਦੁੱਖ ਹੋਇਆ ਵੀ ਮਾਨ ਦੀ ਐਡੀ ਵੱਡੀ ਕੁਰਬਾਨੀ ਯਾਰ, ਤੇ ਮਾਨ DIG ਦਾ ਉਹਦਾ ਛੱਡ ਕੇ ਤੇ ਜੇਲ੍ਹ 'ਚ ਫਿਰਦਾ ਤੇ ਧੱਕੇ ਖਾਂਦਾ ਫਿਰਦਾ, ਤੇ ਉਹਨੂੰ ਐਂ ਕੁੱਟਿਆ, ਐਂ ਮਾਰਿਆ, ਤੇ ਉਹਨੂੰ ਇਹਨਾਂ ਨੇ ਜਾਣਬੁੱਝ ਕੇ ਇੱਕ ਵੋਟ ਨਾਲ ਹਰਾਤਾ। ਹਾਲਾਂਕਿ ਹਾਰਨ ਦਾ ਕੋਈ ਕਾਰਨ ਨਹੀਂ ਸੀ ਬਣਨ, ਜਾਣਬੁੱਝ ਕੇ ਹਰਾਇਆ। ਤੇ ਅਸੀਂ ਬਗਾਵਤ ਕਰਤੀ ਬਰਨਾਲੇ ਦੇ ਖਿਲਾਫ, ਤੇ ਅਸੀਂ ਮਹਾਰਾਜੇ ਕੋਲ ਗਏ। ਅਸੀਂ ਗੱਦੋ ਮਾਜਰਾ ਸੀ, 5-7 ਹੋਰ ਸੀਗੇ, ਸਾਰੀ ਯੂਥ ਅਸੀਂ ਗਏ ਕਿ ਮਾਨ ਜਿਹੜਾ ਉਹ ਫਨੋਮਨਾ ਬਣ ਗਿਆ, ਆਪਾਂ ਮਾਨ ਨਾਲ ਚੱਲੀਏ। ਇੱਕ ਵਾਰ ਉਹਨੇ ਪਾਵਰ 'ਚ ਆਣਾ ਹੀ ਆਣਾ। ਉਹ ਕਹਿੰਦਾ ਨਾ, ਨੋ ਯੂ ਨੋ ਹਿਮ। ਮੈਂ ਕਿਹਾ ਨੋ। ਕਹਿੰਦਾ ਮੇਰਾ ਸੰਧੂ ਹੈ, ਮੈਂ ਉਹਨੂੰ ਕਦੀ ਪ੍ਰਧਾਨ ਹੀ ਨਹੀਂ ਮੰਨਦਾ। ਆਈ ਵਿਲ ਨੈਵਰ ਐਕਸੈਪਟ ਹਿਮ ਐਜ਼ ਅ ਪ੍ਰੈਜ਼ੀਡੈਂਟ। ਮੈਂ ਕਿਹਾ ਸਰ ਅਸੀਂ ਤਾਂ ਫਿਰ ਚੱਲੇ ਜੇ ਉਹੀ ਨਾਰਕੰਡਾ ਜਿੱਥੇ ਮੈਂ ਕਿਹਾ ਕਿ JNPO, ਤੇ ਉੱਥੇ ਹੀ ਅਸੀਂ 2 ਦਿਨ ਰਹੇ। ਉੱਥੇ ਅਸੀਂ ਇਹਨਾਂ ਦੇ ਹੱਥ ਦੇ ਖਾਂਦੇ ਰਹੇ ਆਪਣਾ ਲੈਮ, ਉੱਥੇ ਅਸੀਂ ਇਹਨਾਂ ਦੀ ਜਿੰਨ ਪੀਂਦੇ ਰਹੇ। ਤਾਂ ਮੈਂ ਝੂਠ ਥੋੜ੍ਹੀ ਬੋਲਿਆ, ਮੈਂ ਸੱਚੀ ਕਿਹਾ। ਮੈਂ ਕਿਹਾ ਜਿੰਨ ਪੀਓ ਤੇ ਲੈਮ ਸ਼ੈਮ ਬਣਾਓ, ਹੁਣ ਬਹੁਤ ਕੁਝ ਖੱਟ ਲਿਆ ਕਮਾ ਕੇ, ਹੁਣ ਕੀ ਲੈਣਾ ਆਪਾਂ ਪੋਲੀਟਿਕਸ ਤੋਂ। ਤੋ ਫਿਰ ਅਸੀਂ ਉੱਥੋਂ ਇਹਨੂੰ ਅਲਵਿਦਾ ਕਹਿ ਕੇ ਆ ਕੇ ਫਿਰ ਮੈਂ 88 'ਚ ਮਾਨ ਅਕਾਲੀ ਦਲ ਦਾ ਆਫਿਸ ਖੋਲ੍ਹਿਆ। ਮੈਂ ਮਾਨ ਅਕਾਲੀ ਦਲ ਬਣਾਇਆ 1988 'ਚ। ਉੱਥੇ ਖੰਡ ਪਾਠ ਰਖਾਇਆ ਮੈਂ ਅੰਮ੍ਰਿਤਸਰ। ਮੈਂ ਦਫ਼ਤਰ ਖੋਲ੍ਹਿਆ। ਇਹਦੇ ਫਾਦਰ ਆਏ, ਇਹਦੀਆਂ ਭੈਣਾਂ ਆਈਆਂ, ਇਹਦੇ ਭਣੋਈਏ ਆਏ, ਯੂਨੀਵਰਸਿਟੀ ਦੇ ਸਾਰੇ ਸਟੂਡੈਂਟਸ ਆਏ, ਯੰਗ ਸਾਰੇ ਫਾਲੋਅਰ ਸੀ ਮਾਨ ਦੇ। ਤੇ ਕ੍ਰਿਸ਼ਨਾ ਦੇ 2 ਟਰੱਕ ਭਰ ਕੇ ਆਏ ਗੁਰਦਾਸਪੁਰ ਤੋਂ ਯੂਥ ਦੇ। तो वो सारा वड्डा इकट्ठ करके मैं खंड पाठ लंगर आके उत्थे मैं ऑफिस खोलता मान अकाली दल। अज भी बोर्ड लग्या थले पेंट के थले, अज भी तुहानूं नज़र आएगा 12 नंबर दुकान अमृतसर इंटरनेशनल होटल दे विच बाहर। तो उत्थे फिर मैं साइक्लो स्टाइलिंग मशीन लई, स्टैनो रखिया, फुल फ्लैज मैं ऑफिस चलाया। तो मैं लखां की गिनती च जिहड़े प्रिंट कराए फॉर्म ते साइन करवाए लोगों के गोल्डन टैंपल ते खड़े हो के, ते जिहड़ा 10 लाख असीं सिग्नेचर प्रेजिडेंट ऑफ इंडिया नूं पेश कीते मान नूं छड़ाउण वास्ते, वो सारा सिलसिला मैं उत्थों शुरू किया। तो बाबा जोगिंदर सिंह ने लहदा अकाली दल बना रखा सी, ते साडा लहदा सी, मेरे तालिब सिंह संधू, बडूंदी, छोटेपुर, वालिया, संत जीत सिंह, गुरतेज, बराड़, रंगा बिला कहते सी, वो बादल सी दो जिन्हों का महफल होटल सीगा, वो ते सुखी पापा जरा 8 सैक्टर वाला 8 चीरें का मेरे ख्याल सुखी, ये सारे असी एक ग्रुप सीगा। आत्मा सिंह तो मान अकाली दल बन गया जी। तो वी स्टार्टेड वर्किंग फॉर मान अकाली दल। असी पटियाले वालिया के घरे मीटिंग कर रहे थे साढ़े सारे, तो पार्लियामेंट इलैक्शन डिकलेयर हो गई बैठिया। तो इलैक्शन लड़न चले गए? फिर मैं इलैक्शन लड़ने चला गया। मैं क्या भी आप बाबा जोगिंदर सिंह मना के इकट्ठे लड़िए। वो लहदा लड़दा फिर आप लहदा आप जलूस कढ़ा लाँगे आपदा। तो कहते जी मनता नहीं। मैं क्या बनाना मेरा काम है, मैं सिद्धू भरा ने साढ़े, मैं हुणे जाना। मैं उत्थों ही गड्डी सीधी कर ली, मैं रोडे चला गया। मैं रोडे जाके गलबात की तो कैप्टन चरण सिंह सीगा, उन्होंने बेचारे नूं फौजी सीगा, 30 साल नौकरी करके आया, उन्होंने कोई ज़्यादा पोलीटिकल समझ नहीं। वो नहीं जी असीं तो सारे एको सीट देंगे, असीं एको ही सीट देंगे। मैं क्या जान दे यार, तेरे को कैंडीडेट है? वो जस्सी होता संतां दा भांजा, बड़ा सियाना मुंडा सी, अमरीका च सैटल्ड है। वो कहता भाजी क्यों कैप्टन साहब दिमाग खराब कर रहे जी, जसवीर सिंह रोडे आ रहे, उन्होंने नाल गल करो, ये छड्डो इहनूं, कहता फौजी नूं। जसवीर सिंह रोडे आ गया तो मैं वो कहना यार बिल्कुल ठीक है, लियाओ उन्होंने। कहता बाबा जोगिंदर सिंह जी आ गए, असीं सलाह की तो वो कहते फिर कल 2 बजे आप प्रैस कॉन्फ्रेंस कर देना, भैन जी लैके आ जाओ। मैं रात को 2 बजे वापस आया, भैन जी उठाया तो अपना 9 सैक्टर, तो मैं कहा जी कल आप जाना है, तो अपना फैसला हो गया। तो कहती मैं कहा जिन्नियां ते तुसीं सीटां लड़नियां लड़ लो, बाबियां कोल तो कैंडीडेट 2-3 तो वध है ही नहीं। वो कहती अपने को भी 2-3 तो वध नहीं। मैं फिर अपना रौला की है। तो अगले दिन असीं उत्थे गए, प्रैस बाबे नाल गलबात हुई, तो टिकटा जो फैसला फुसला करना करके असीं प्रैस कॉन्फ्रेंस करती। तो गुरदासपुर कोई नहीं लड़दा। वो मैं कहा चल मैं लड़ लूँगा, कोई लड़दा नहीं। छोटेपुर कहता उत्थे कोई सिख वोट ही नहीं हैगी, मैं क्यों लड़ना। वो फलाने कहा मैं क्यों लड़ना, उत्थे सिख वोट ही नहीं हैगी। मैनू 1,59,932
ਸੁਖਵੰਤ ਪਿੰਡਰ ਦੇ ਖਿਲਾਫ ਲੜੇ ਸਿਆਸ ਕੁਮਾਰ ਪਿੰਡ ਦੇ ਮੈਂ 22,000 ਨਾਲ ਹਾਰਿਆ ਸੀ, ਪਰ ਮੈਂ ਹਾਰਿਆ ਤਾਂ ਕਿ ਮੈਂ ਕੰਪੇਨ ਹੀ 5 ਦਿਨ ਕੀਤੀ ਸਾਰੀ। ਹਾਂ ਕਿਉਂਕਿ ਜਦੋਂ ਮਾਨ ਦੇ ਫਾਦਰ ਮੈਨੂੰ ਕਹਿੰਦੇ ਕਿ ਆਪਾਂ ਮਾਨ ਨੂੰ ਤਰਨਤਾਰਨ ਤੋਂ ਖੜੇ ਕਰਨਾ, ਮੈਂ ਫਰੀਦਕੋਟ ਤੋਂ ਨਹੀਂ ਖੜੇ ਕਰਨਾ। ਬਾਬਾ ਜੋਗਿੰਦਰ ਸਿੰਘ ਕਹਿੰਦਾ ਜੀ ਮੈਂ ਫਰੀਦਕੋਟ ਤੋਂ ਖੜਾ ਕਰਨਾ। ਕਹਿੰਦਾ ਨਾ ਜੀ ਨਾ, ਇਹ ਤਾਂ ਆਈਬੀ ਦੇ ਬੰਦੇ ਨੇ ਮੇਰੇ ਮੁੰਡੇ ਨੂੰ ਉਡਾ ਦੇਣਗੇ। ਉਹਨੂੰ ਪਤਾ ਕਿੱਥੋਂ ਇਹ ਕਨਸੈਪਟ ਲਿਆ ਹੋਇਆ ਸੀ। ਤੇ ਮੈਂ ਕਿਹਾ ਠੀਕ ਹੈ। ਮੈਂ ਗੁਰਦਾਸ ਹਾਲ 'ਚ ਇਕੱਠ ਕੀਤਾ, ਉੱਥੇ ਬ੍ਰਹਮਪੁਰਾ ਆਪਣਾ ਭਾਈ ਮਨਜੀਤ ਸਿੰਘ ਸਾਰੇ ਆਏ ਤੇ ਬੰਦਾ 500-700 ਸੀਗਾ। ਉਹਨਾਂ 'ਚ ਬੰਦੇ ਮੇਜਰ ਮੇਰੇ ਹੀ ਸੀਗੇ। ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਕਹਿਤਾ ਸੀ ਵੀ ਆਪਾਂ ਭਾਸ਼ਣ ਕਰਨਾ ਵੀ ਇਹ ਇਤਿਹਾਸ ਜਿਹੜਾ ਹੈ ਮਾਝੇ ਦੀ ਸਿੱਖਾਂ ਦਾ ਇਤਿਹਾਸ ਜਿਹੜਾ 90% ਮਾਝੇ ਦੀ ਧਰਤੀ ਤੋਂ ਲਿਖਿਆ, ਚੱਪੇ ਚੱਪੇ ਤੇ ਸਿੱਖਾਂ ਦਾ ਇੱਥੇ ਖੂਨ ਡੁੱਲਿਆ। ਇਹ ਵੀ ਇਤਿਹਾਸ ਆਪਾਂ ਮਾਝੇ ਦੀ ਧਰਤੀ ਤੋਂ ਹੀ ਲਿਖਣਾ ਹੈ, ਮਾਨ ਨੂੰ ਛਡਾਉਣ ਵਾਲਾ। ਤੇ ਆਪਾਂ ਤਰਨਤਾਰਨ ਤੋਂ ਮਾਨ ਨੂੰ ਲੜਾ ਕੇ ਤੇ ਆਪਾਂ ਜਿਤਾ ਕੇ ਲਿਆਵਾਂਗੇ ਤੇ ਤੁਸੀਂ ਜਕਾਰੇ ਮਾਰ ਕੇ ਤੇ ਉੱਠ ਕੇ ਤੁਰ ਪੈਣਾ। ਤੇ ਮੈਂ ਭਾਸ਼ਣ ਝਾੜਦਾ ਤੇ ਬੰਦੇ ਜਕਾਰੇ ਮਾਰ ਕੇ ਤੇ ਮਾਨ ਡਿਕਲੇਅਰ ਹੋ ਗਿਆ। ਤੇ ਮੇਰੇ ਗੱਲ ਪੈ ਗਏ ਬ੍ਰਹਮਪੁਰਿਆਂ ਨਹੀਂ, ਤੂੰ ਮਾਮਾ ਲੱਗਦਾ ਮਾਨ ਨੂੰ ਇੱਥੇ ਲਿਆਉਣ ਵਾਲਾ, ਤੂੰ ਫਲਾਣਾ ਲੱਗਦਾ, ਟਿੰਗੜਾ ਲੱਗਦਾ। ਇਹਨਾਂ ਨੇ ਤੋੜਦੇ ਪੇਪਰ ਫਾਈਲ ਕਰਾਤੇ ਮਾਨ ਦੇ ਖਿਲਾਫ। ਤੇ ਮਾਨ ਦੇ ਫਾਦਰ ਕਹਿੰਦਾ ਤੂੰ ਛੱਡ ਗੁਰਦਾਸਪੁਰ, ਤੂੰ ਆਪਦੇ ਭਰਾ ਦੀ ਇਲੈਕਸ਼ਨ ਲੜ। ਫਿਰ ਮੈਂ ਮਾਨ ਦਾ ਦਫ਼ਤਰ ਖੋਲ੍ਹਿਆ। ਮਾਨ ਦਾ ਕੋਈ ਦਫ਼ਤਰ ਨਹੀਂ ਸੀ ਖੋਲ੍ਹਦਾ। ਮਾਨ ਦਾ ਦਫ਼ਤਰ ਖੋਲ੍ਹਿਆ। ਸਿਮਰਨ ਸਿੰਘ ਮਾਨ ਨੂੰ ਐਸਟੈਬਲਿਸ਼ ਕਰਨ ਵਾਲੇ ਕੈਪਟਨ ਚੰਨ ਸਿੰਘ ਸਿੱਧੂ ਹੈ। ਯੈਸ ਬਿਲਕੁਲ। ਚਲੋ ਇੱਕ ਹੋਰ ਛੋਟਾ ਜਿਹਾ ਵਕਫਾ ਲਵਾਂਗਾ, ਵਕਫੇ ਤੋਂ ਵਾਪਸ ਆਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਹੋਵਾਂਗੇ। ਬਹੁਤ ਸਾਰੇ ਸਵਾਲ ਹੈ ਕੈਪਟਨ ਚੰਨ ਸਿੰਘ ਸਿੱਧੂ ਤੋਂ ਅਸੀਂ ਜਿਹੜੇ ਕੀਤੇ ਹੈ ਤੇ ਉਹ ਹਿੱਸੇ ਤੁਹਾਡੇ ਸਾਹਮਣੇ ਉਹਨਾਂ ਰੱਖੇ ਆ ਜਿਹੜੇ ਇਸ ਤੋਂ ਪਹਿਲਾਂ ਸ਼ਾਇਦ ਲੁਕੇ ਹੋਏ ਸੀਗੇ। ਵਾਪਸ ਆ ਰਹੇ ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਕੈਪਟਨ ਚੰਨ ਸਿੰਘ ਸਿੱਧੂ ਸਾਡੇ ਨਾਲ ਨੇ। ਕੈਪਟਨ ਚੰਨ ਸਿੰਘ ਸਿੱਧੂ, ਸਿੱਧਾ ਸਵਾਲ ਇਹ ਹੈ ਕਿ ਖਾਲਿਸਤਾਨ ਦੇ ਹਮਾਇਤੀ ਹੋ ਤੁਸੀਂ? ਨਹੀਂ, ਮੈਂ ਕੋਈ ਖਾਲਿਸਤਾਨ ਦਾ ਹਮਾਇਤੀ ਨਹੀਂ ਤੇ ਮੈਂ ਖਿਲਾਫ ਵੀ ਨਹੀਂ ਹੈਗਾ। ਤੇ ਫਿਰ ਕਿਹੜੇ ਪਾਸੇ ਖੜੇ ਹੋ ਤੁਸੀਂ? ਮੈਂ ਤਾਂ ਦੇਖੋ ਜਦੋਂ ਵਾਇਬਲ ਹੋਏਗਾ ਖਾਲਿਸਤਾਨ, ਅਜੇ ਤਾਂ ਵਾਇਬਿਲਿਟੀ ਹੈ ਨਹੀਂ, ਅਜੇ ਤਾਂ ਅਸੀਂ ਬਣਾ ਸਕਦੇ ਨਹੀਂ। ਤੇ ਕੌਮ ਨੂੰ ਮਰਵਾਉਣ ਦੇ ਵਿੱਚ ਤਾਂ ਮੈਂ ਹੈ ਨਹੀਂ ਹੱਕਦਾਰ। ਮੈਂ ਕੌਮ ਨੂੰ ਤਾਂ ਮਰਵਾਉਣਾ ਨਹੀਂ ਚਾਹੁੰਦਾ। ਜਦੋਂ ਕਿਤੇ ਮੌਕਾ ਆਏਗਾ ਬਿਲਕੁਲ ਲੈ ਲਾਂਗੇ। ਮੈਨੂੰ ਇਹ ਚੀਜ਼ ਸਮਝ ਨਹੀਂ ਆਏਗੀ, ਇੱਕ ਪਾਸੇ ਤੁਸੀਂ ਦੇਸ਼ ਦੀ ਫੌਜ ਦੇ ਵਿੱਚ ਸੇਵਾ ਕੀਤੀ, ਦੂਜੇ ਪਾਸੇ ਤੁਸੀਂ ਸਿਮਰਨ ਸਿੰਘ ਮਾਨ ਨੂੰ ਐਸਟੈਬਲਿਸ਼ ਕਰਨ ਦਾ ਦਾਅਵਾ ਕਰਦੇ ਹੋ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਪਨਾ ਕਰਦੇ ਹੋ। ਇਹ ਦੋ ਚੀਜ਼ਾਂ ਕਿਵੇਂ ਇਕੱਠੀਆਂ ਹੋ ਗਈਆਂ? ਸਰਹੱਦ ਤੇ ਸੇਵਾ ਕਰਨ ਵਾਲਾ ਸ਼ਖਸ ਜਿਹੜਾ ਖਾਲਿਸਤਾਨ ਦੀ ਡਿਮਾਂਡ ਕਰਦਾ ਪਿਆ ਤੇ ਉਹਦੇ ਨਾਲ ਖੜਾ। ਜਦੋਂ ਮੈਂ ਸੇਵਾ ਕਰਦੇ ਸੀ ਉਦੋਂ ਇਹ ਹਾਲਾਤ ਨਹੀਂ ਸੀਗੇ। ਮੈਂ 78 'ਚ ਫੌਜ ਛੱਡ ਕੇ ਆ ਗਿਆ। ਜੋ 78 ਤੋਂ ਲੈ ਕੇ ਮੈਂ ਹੁਣ ਤੱਕ ਦੇਖਿਆ, ਬਟ ਨੈਚੁਰਲ ਫਿਰ ਪਰਸੈਪਸ਼ਨ ਬੰਦੇ ਦੀ ਚੇਂਜ ਹੋ ਜਾਏ। ਜੋ ਸਾਡੇ ਨਾਲ ਬਲੂ ਸਟਾਰ 'ਚ ਹੋਇਆ ਨਹੀਂ ਸੀ ਹੋਣਾ ਚਾਹੀਦਾ। ਫੋਰਸ ਕੀਤਾ ਗਿਆ ਸਾਡੇ ਤੇ। ਬਲੂ ਸਟਾਰ ਵਾਸ ਫੋਰਸਡ ਔਨ ਟੂ ਅਸ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਮੈਂ ਮਨਾਇਆ ਸੀ। ਅਮਰਿੰਦਰ ਜਾਂਦਾ ਸੀ ਨਾ, ਰਵਿੰਦਰ ਤੇ ਅਮਰਿੰਦਰ ਮੀਟਿੰਗ ਕਰਨ, ਤੇ ਕਈ ਦਫਾ ਮੈਂ 에ਅਰਪੋਰਟ ਤੋਂ ਲੈ ਕੇ ਉਹਨਾਂ ਨੂੰ ਜਾਂਦਾ ਸੀ, ਉੱਥੇ ਛੱਡ ਦਿੰਦਾ ਸੀ। ਮੈਂ ਸੰਤਾਂ ਦੇ ਕੋਲ ਤਾਂ ਕਦੀ ਨਹੀਂ ਸੀ ਗਿਆ, ਪਰ ਇਹਨਾਂ ਨੂੰ ਛੱਡ ਦਿੰਦਾ, ਇਹਨਾਂ ਨੂੰ ਵਾਪਸ ਛੱਡ ਦਿੰਦਾ ਸੀ। ਉਹ ਜਦੋਂ ਲਾਸਟ ਮੀਟਿੰਗ ਕਰਕੇ ਗਏ, ਅਮਰਿੰਦਰ ਸਿੰਘ ਕਹਿੰਦਾ ਸੰਤ ਤਾਂ ਮੰਨਦੇ ਨਹੀਂ। ਤੋ ਅਗਲੇ ਦਿਨ ਮੈਂ, ਸਾਡੇ ਮੁੰਡੇ ਸੀ ਰਤੋਕੇ ਦੇ, ਸੰਤਾਂ ਦੇ ਆਲੇ ਦੁਆਲੇ ਤੇ ਪਿੰਡ ਰਤੋਕੇ ਬਾਰਡਰ ਤੇ ਹੈ, ਤੇ ਮੈਂ ਕਿਹਾ ਯਾਰ ਸੰਤ ਜੀ ਨੂੰ ਮਿਲਣਾ। ਕਹਿੰਦਾ ਆ ਜਾਓ ਭਾਜੀ ਹੁਣੇ ਮਿਲਾ ਦਿੰਦੇ। ਉਹਨਾਂ ਨੇ ਮੈਨੂੰ ਸੰਤ ਜੀ ਨਾਲ ਮਿਲਾਤਾ ਤੇ ਮੇਰੀ ਲੰਗਰ ਦੀ ਬਿਲਡਿੰਗ ਦੇ ਉੱਤੇ 40 ਮਿੰਟ ਸੰਤ ਨਾਲ ਗੱਲਬਾਤ ਹੋਈ। ਤੇ ਮੈਨੂੰ ਸੰਤ ਜੀ ਨੂੰ ਵੀ ਲੋਕਾਂ ਨੇ ਚੱਕਰਾਂ 'ਚ ਪਾਇਆ ਹੋਇਆ ਸੀ। ਆਈਬੀ ਇੰਟੈਲੀਜੈਂਸ ਦੇ ਬੰਦੇ ਅੰਦਰ ਵੀ ਬੜੇ ਬੈਠੇ ਹੋਏ ਸੀ। ਕਹਿੰਦਾ, ਮੈਂ ਕਿਹਾ ਸੰਤ ਜੀ ਆਪਣਾ ਕੁਛ ਨਹੀਂ ਜੇ ਬਚਣਾ, ਫੌਜ ਦਾ ਅਟੈਕ ਹੋ ਗਿਆ, ਇੱਥੇ ਪਤਾ ਨਹੀਂ ਕੀ ਹੋ ਜਾਏ ਤੇ ਕੀ ਨਾ ਹੋਵੇ, ਤੁਸੀਂ ਲੜਨਾ ਤੇ ਲੜਾਈ ਦੇ ਵਿੱਚ ਫਿਰ ਐਵਰੀਥਿੰਗ ਇਜ਼ ਫੇਅਰ ਇਨ ਲਵ ਐਂਡ ਵਾਰ। ਤੇ ਆਪਾਂ ਇਹ ਕੰਮ ਨਾ ਕਰੀਏ। ਇਹ ਆਪਣਾ ਹੀ ਤਾਂ ਹੈ ਗੋਲਡਨ ਟੈਂਪਲ, ਜਾਂਦਾ ਹੋਵੇ ਨਾ ਆਪਾਂ ਲੋਕਾਂ ਦਾ ਕਿਸੇ ਦਾ ਹੋਰ ਕਬਜ਼ਾ ਕਰਕੇ ਬੈਠੇ ਤੇ ਆਪਾਂ ਕਬਜ਼ਾ ਨਹੀਂ ਛੱਡਣਾ। ਤੇ ਆਪਾਂ ਆਪਣੇ ਆਪੇ ਨਾ ਢਵਾ ਲਈਏ। ਤੇ ਤੁਸੀਂ ਇੱਥੋਂ ਮਹਿਤਾ ਚੌਂਕ ਚਲੇ ਜਾਓ, ਆਪਣਾ ਇਤਿਹਾਸ ਜਿਹੜਾ ਹੈ ਬਹੁਤ ਹੋ ਜਾਊਗਾ, ਕਲੰਕਿਤ ਹੋ ਜਾਊਗਾ ਤੇ ਅਲਟੀਮੇਟਲੀ ਲੋਕਾਂ ਨੇ ਬਲੇਮ ਆਪਾਂ ਨੂੰ ਹੀ ਕਰਨਾ। ਕਹਿੰਦਾ ਚੰਨਨ ਜਦੋਂ ਹਮਲਾ ਹੋਏਗਾ ਨਾ ਤੇ ਪਾਕਿਸਤਾਨ ਨੇ ਅਟੈਕ ਕਰ ਦੇਣਾ ਤੇ ਆਪਣਾ ਖਾਲਿਸਤਾਨ ਬਣ ਜਾਊਗਾ। ਆਈ ਵਾਜ਼ ਸ਼ੌਕਡ। ਮੈਂ ਕਿ ਓਹੋ, ਇਹ ਤਾਂ ਸੰਤਾਂ ਨੂੰ ਤਾਂ ਪੂਰਾ ਹੀ ਪੜ੍ਹਾਇਆ ਪਿਆ। ਮੈਂ ਕਿਹਾ ਤੁਹਾਨੂੰ ਕਿਹਾ ਕਿੰਨੇ ਹੈ? ਮੈਂ ਕਿਹਾ ਜਿਹਨੇ ਤੁਹਾਨੂੰ ਇਹ ਕਿਹਾ ਨਾ ਸੰਤ ਜੀ, ਉਹਨਾਂ ਨੂੰ ਤਾਂ ਸਵੇਰੇ ਹੁਣੇ ਬੁਲਾ ਕੇ ਗੋਲੀ ਮਾਰ ਦਿਓ ਇੱਥੇ। ਮੈਂ ਕਿਹਾ ਤਾਂ ਤੁਹਾਨੂੰ ਉਸ ਲੈਵਲ ਤੱਕ ਲਿਜਾਣਾ ਚਾਹੁੰਦੇ ਨੇ, ਮਰਵਾਉਣ ਦੇ ਲੈਵਲ ਤੱਕ, ਤਾਂ ਕਿ ਤੁਸੀਂ ਉੱਥੋਂ ਵਾਪਸ ਨਾ ਆਓ। ਮੈਂ ਕਿਹਾ ਉਹ ਤਾਂ ਰਾਵਲਪਿੰਡੀ ਬੈਠੇ ਰੋਟੀਆਂ ਖਾ ਰਹੇ ਨੇ, ਬਾਰਡਰ 'ਤੇ ਤਾਂ ਚਿੜੀ ਨਹੀਂ ਹੈਗੀ ਤੇ ਲੜਾਈ ਲੜਨ ਲੱਗਿਆ ਸਾਲ ਲੱਗ ਜਾਂਦਾ ਬਿਲਡਅਪ ਕਰਨ ਲੱਗਿਆ। ਪਹਿਲਾਂ ਫੌਜਾਂ ਲਿਆਓ, ਫਿਰ ਟੈਂਕ ਲਿਆਓ, ਤੋਪਾਂ ਲਿਆਓ, ਹਵਾਈ ਜਹਾਜ਼ ਹੋਰ ਖਰੀਦੋ, ਅਮੂਨੀਸ਼ਨ ਪੂਰਾ ਤੁਸੀਂ ਲੜਨਾ ਤੇ ਸਾਲ ਦਾ 6 ਮਹੀਨਿਆਂ ਦਾ 2 ਮਹੀਨਿਆਂ ਦਾ ਅਮੂਨੀਸ਼ਨ ਤਾਂ ਚਾਹੀਦਾ ਨਾ, ਫਸਟ ਐਂਡ ਸੈਕੰਡ ਐਂਡ ਥਰਡ ਲਾਈਨ।
ਉਹ ਅਮਨੀਸ਼ਨ ਇਕੱਠਾ ਕਰੋ। ਤੇ ਮੈਂ ਕਿਹਾ ਉਹਨਾਂ ਦੇ ਕੰਨ ਤੇ ਜੂਨ ਤੇ ਹਮਲਾ ਐ ਹੋ ਜਾਊਗਾ ਰਾਤ ਨੂੰ। ਇੱਕਦਮ ਸੰਤ ਬਹੁਤ ਇੰਟੈਲੀਜੈਂਟ ਸੀਗੇ, ਭਾਵੇਂ ਅਨਪੜ੍ਹ ਸੀਗੇ, ਇੱਕਦਮ ਉਹਦੇ ਸਾਰੇ ਉਹ ਨਿਕਲ ਗਿਆ ਦਿਮਾਗ ਚੋਂ। ਉਹਨਾਂ ਦੀ ਡਿਮਾਂਡ ਸੀ ਖਾਲਿਸਤਾਨ? ਨਾ ਉਹਨਾਂ ਤੇ ਕਿਹਾ ਸੀ ਵੀ ਜੇ ਤੁਸੀਂ ਦਿਓਗੇ ਤਾਂ ਅਸੀਂ ਲੈ ਲਾਂਗੇ, ਅਸੀਂ ਮੰਗਦੇ ਤਾਂ ਹੈ ਨਹੀਂ, ਪਰ ਜੇ ਦਿਓਗੇ ਤੇ ਜੇ ਹਮਲਾ ਹੋਏਗਾ ਤਾਂ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਏਗੀ। ਸਨ ਦਿਸ ਵਾਟ ਸਨ ਸੈਡ। ਸੋ ਇੱਕ ਚੀਜ਼ ਮੈਨੂੰ ਹੋਰ ਦੱਸੋ, ਸਿਮਰਨ ਸਿੰਘ ਮਾਨ ਨਾਲ ਵੀ ਤੁਸੀਂ ਲੜ ਪਏ ਸੀ ਇੱਕ ਵਾਰ ਕਿ ਜ਼ਿਆਦਾ ਵਾਰ ਲੜੇ ਹੋ? ਨਹੀਂ, ਇੱਕੇ ਵਾਰ ਲੜਿਆ। ਇੱਕ ਵਾਰ ਲੜੇ ਹੋ? ਇੱਕ ਵਾਰ ਲੜਿਆ। ਕੀ ਲੜਾਈ? ਉਹ ਇਸ ਤਰ੍ਹਾਂ ਸੀ ਕਿ ਜਦੋਂ ਇਲੈਕਸ਼ਨ ਡਿਕਲੇਅਰ ਹੋਈ ਤੇ ਟਿਕਟਾਂ ਵੰਡਣੀਆਂ ਸੀ, ਕਿਉਂਕਿ ਮੈਂ ਸੈਕਟਰੀ ਜਨਰਲ ਸੀ ਪਾਰਟੀ ਦਾ, ਸਾਰੀਆਂ ਟਿਕਟਾਂ ਮੇਰੇ ਕੋਲ ਸੀ, ਸਾਰਾ ਟਾਈਪ ਕਰਾ ਕੇ ਮੈਂ ਰੱਖਿਆ ਸੀ, ਸਾਰੀਆਂ ਮੋਹਰਾਂ ਮਾਰਾਂ ਮੇਰੇ ਕੋਲ ਸੀਗੀਆਂ। ਇਹ ਤਾਂ ਕਦੀ ਦਫ਼ਤਰ ਆਉਂਦਾ ਨਹੀਂ ਸੀ। ਤੇ ਇਹਨੇ ਮੈਂ ਇਹਨੂੰ ਪਹਿਲਾਂ ਪੁੱਛ ਲਿਆ ਸੀ, ਹਫ਼ਤਾ ਪਹਿਲਾਂ, ਕਿ ਮੈਂ ਘਨੌਰ ਤੋਂ ਇਲੈਕਸ਼ਨ ਲੜਨੀ ਹੈ, ਜੇ ਤੁਸੀਂ ਕਹੋ ਤਾਂ ਮੈਂ ਪੇਪਰ ਫਾਈਲ ਕਰ ਦਿਆਂ। ਇਹ ਕਹਿੰਦੇ ਕਰ ਦਿਓ। ਮੈਂ ਪੇਪਰ ਫਾਈਲ ਕਰਤੇ। ਤੇ ਸ਼ਾਮ ਨੂੰ 7 ਵਜੇ ਇੱਕ ਮੇਜਰ ਹੁੰਦਾ ਸੀ, ਪਤਾ ਨਹੀਂ ਨਾਂ ਭੁੱਲ ਗਿਆ ਉਹਨੂੰ ਮੈਂ, ਉਹ ਵਾਕੀ ਟੋਕੀ ਲਈ ਫਿਰਦਾ ਸੀ, ਪੁਲਿਸ ਵਾਲਾ, ਚੰਡੀਗੜ੍ਹ ਪੁਲਿਸ ਵਾਲੇ। ਉਹ ਮੇਰੇ ਕੋਲ ਇਹਨੇ ਭੇਜਤਾ ਤੇ ਵੀ ਜਾ ਕੇ ਸਾਰੀਆਂ ਟਿਕਟਾਂ ਦੇ ਪਰਫਾਰਮੇ ਲਿਆਓ ਤੇ ਮੋਹਰਾਂ ਲਿਆਓ। ਤੇ ਉਹ ਕਹਿੰਦਾ ਲਿਆਓ ਜੀ, ਸਮਾਨ ਸਾਰਾ ਦੇ ਦਿਓ ਜੀ ਸਰਦਾਰ ਜੀ। ਮੈਂ ਕਿਹਾ ਕਿਉਂ? ਮੈਂ ਤੈਨੂੰ ਜਾਣਦਾ ਨਹੀਂ, ਬੁੱਝਦਾ ਨਹੀਂ, ਮੈਂ ਤੈਨੂੰ ਕਿਉਂ ਦੇ ਦਿਆਂ? ਤੂੰ ਲੈ ਕੇ ਪਾਰ ਜਾ। ਮੈਂ ਤੇ ਕੱਲ੍ਹ ਲਾਸਟ ਡੇਟ ਹੈ ਪੇਪਰ ਫਾਈਲ ਕਰਨ ਦਾ, ਤੇ ਮੈਂ ਰਾਤੋਂ ਰਾਤ ਕਿੱਥੋਂ ਲਿਆਉਂਗਾ ਸਾਰਾ ਸਮਾਨ? ਮੈਂ ਕਿਹਾ ਮਾਨ ਨੂੰ ਮੈਂ ਖੁਦ ਦਊਂਗਾ ਜਾ ਕੇ। ਤੇ ਕਹਿੰਦਾ, ਇਹਨੇ ਮਾਨ ਨਾਲ ਗੱਲ ਕੀਤੀ ਬਾਹਰ ਵਾਕੀ ਟੋਕੀ ਤੇ ਜਾ ਕੇ, ਤੇ ਉਹਨਾਂ ਕਿਹਾ ਠੀਕ ਹੈ ਤੂੰ ਨਾਲ ਲਿਆ। ਅੱਛਾ, ਮੈਨੂੰ ਕਹਿੰਦਾ ਆਓ ਜੀ ਮੇਰੇ ਨਾਲ। ਮੈਂ ਕਿਹਾ ਮੈਂ ਆ ਜਾਣਾ, ਤੂੰ ਜਾ। ਕਹਿੰਦਾ ਤੁਹਾਨੂੰ ਕੀ ਪਤਾ ਮਾਨ ਕਿੱਥੇ ਹੈ? ਉਹ ਮੈਂ ਕਿਹਾ ਮੈਂ ਸੈਕਟਰੀ ਜਨਰਲ ਹਾਂ, ਮੈਨੂੰ 1000 ਬੰਦਾ ਰੋਜ਼ ਮਿਲਦਾ। ਮਾਨ ਜਿੱਥੇ ਸੋਚਦਾ ਹੈ ਨਾ ਕਿ ਮੈਂ ਚੱਲਿਆ, ਮੈਨੂੰ ਪਹਿਲਾਂ ਪਤਾ ਲੱਗ ਜਾਂਦਾ। ਤੇ ਮੈਂ ਕਿਹਾ 28 ਸੈਕਟਰ ਬੈਠਾ ਫਲਾਣੀ ਕੋਠੀ 'ਚ। ਹੀ ਵਾਜ਼ ਸ਼ੌਕਡ। ਮੈਂ ਕਿਹਾ ਹੁਣੇ ਤਾਂ ਬੰਦੇ ਉੱਥੋਂ ਮਿਲ ਕੇ ਮੈਨੂੰ ਉਹਦੇ ਸੈਕਟਰੀ ਦਾ ਟੈਲੀਫੋਨ ਆਇਆ, ਗੋਗੜੀ ਦਾ, ਤੇ ਤੂੰ ਮੈਨੂੰ ਪੁੱਛੀ ਜਾਂਦਾ ਤੁਹਾਨੂੰ ਪਤਾ ਹੀ ਨਹੀਂ ਕਿੱਥੇ ਹੈ। ਮੈਂ ਕਿਹਾ ਫਿਰ ਮੈਂ ਕਾਹਦਾ ਸੈਕਟਰੀ ਹਾਂ? ਮੈਂ ਚੱਲ ਤੂੰ ਆਇਆ। ਤੇ ਮੈਂ ਜਿਪਸੀ ਭਜਾਈ ਤੇ ਮੈਂ ਉਹਦੇ ਤੋਂ ਪਹਿਲਾਂ ਹੀ ਪਹੁੰਚ ਗਿਆ ਉੱਥੇ। ਤੇ ਪਹੁੰਚ ਗਏ ਤੇ ਮੈਂ ਮਾਨ ਨੂੰ ਕਿਹਾ, ਮੈਂ ਕਿਹਾ ਐਂ ਤਾਂ ਜਿਵੇਂ ਤੁਸੀਂ ਮੰਗਾਏ ਪੇਪਰ, ਮੈਂ ਐਂ ਤਾਂ ਨਹੀਂ ਦਿੰਦਾ ਕਿਸੇ ਨੂੰ। ਐਂ ਦੇ ਕੇ ਤੇ ਅਗਲਾ ਲੈ ਕੇ ਪਾਰ ਜਾਵੇ ਤੇ ਮੁੜ ਕੇ ਮੈਂ ਕਿੱਥੇ ਜਾਊਂਗਾ? ਤੁਸੀਂ ਮੈਨੂੰ ਕਿਰਪਾਨ ਚੱਕ ਕੇ ਪੈ ਜਾਣਾ। ਕਹਿੰਦਾ ਤੁਸੀਂ ਬਿਲਕੁਲ ਠੀਕ ਕੀਤਾ। ਉੱਥੇ ਪੇਪਰ ਸਾਈਨ, ਟਿਕਟਾਂ ਸਾਈਨ ਕਰਵਾਉਣ ਲੱਗੇ। ਮੈਂ ਜਾਣ ਕੇ ਪਟਿਆਲੇ ਜ਼ਿਲ੍ਹੇ ਦੀਆਂ ਪਹਿਲਾਂ ਟਿਕਟਾਂ ਰੱਖਤੀਆਂ। ਕਹਿੰਦਾ ਪਟਿਆਲੇ ਦੀ ਟਿਕਟ ਕਿਡ ਨੂੰ ਦੇ ਦਿਓ, ਉਹਦੀ ਵਾਈਫ ਨੂੰ ਦੇ ਦਿਓ, ਕਿਡ ਦੀ ਨੂੰ, ਇਹਨੂੰ ਦੇ ਦਿਓ, ਇਹਨੂੰ ਦੇ ਦਿਓ। ਮੈਂ ਵਾਲੀਏ ਦੀ ਟਿਕਟ, ਕਹਿੰਦਾ ਇਹਨੂੰ ਮੈਂ ਟਿਕਟ ਨਹੀਂ ਦੇਣੀ, ਚਰਨਜੀਤ ਵਾਲੀਏ ਨੂੰ। ਤਾਂ ਫਿਰ ਮੈਂ ਘਨੌਰ ਦੀ ਟਿਕਟ ਅੱਗੇ ਰੱਖੀ। ਕਹਿੰਦਾ ਤੈਨੂੰ ਵੀ ਕੋਈ ਟਿਕਟ ਨਹੀਂ ਦੇਣੀ ਮੈਂ। ਕਹਿੰਦਾ ਤੁਸੀਂ ਕੌਮ ਦੀ ਸੇਵਾ ਟਿਕਟਾਂ ਲੈਣ ਵਾਸਤੇ ਕਰਦੇ ਜੇ? ਮੈਂ ਕਿਹਾ ਮੈਂ ਤੁਹਾਨੂੰ ਪੁੱਛ ਕੇ ਪੇਪਰ ਫਾਈਲ ਕੀਤੇ ਹੈ, ਤੇ ਹੁਣ ਤੁਸੀਂ ਮੈਨੂੰ ਕਹਿੰਦੇ ਟਿਕਟ ਨਹੀਂ ਦੇਣੀ। ਤੇ ਉੱਥੇ ਫਿਰ ਮੇਰੀ ਲੜਾਈ ਹੋ ਗਈ ਤੇ ਮੈਂ ਕਿਹਾ ਮਾਨ ਸਾਹਿਬ, ਮੈਂ ਕਿਹਾ ਮੇਰੇ ਨਾ ਮੁਕੱਦਰ ਹੈ ਨਹੀਂ, ਲਕੀਰ ਹੈ ਨਹੀਂ MLA ਦੀ, ਆਹ ਫੜ ਆਪਦੀਆਂ ਟਿਕਟਾਂ ਤੇ ਆਹ ਫੜ ਦਿਸ ਸਿੰਘ। ਤੇ ਬੋਲੇ ਸੋ ਨਿਹਾਲ ਤੇ ਸਤਿ ਸ੍ਰੀ ਅਕਾਲ। ਮੈਂ ਕਿਹਾ ਮੈਨੂੰ ਨਹੀਂ ਹੈਗਾ ਵਿਸ਼ਵਾਸ, ਮੈਂ ਕੋਈ ਤੇਰੇ ਨਾਲ ਸੈਕਟਰੀ ਜਨਰਲ ਨਹੀਂ ਹੈਗਾ। ਤੇ ਉਸ ਦਿਨ ਤੋਂ ਬਾਅਦ ਮੈਂ ਅੱਜ ਮਿਲਿਆ ਦੁਬਾਰਾ ਸੈਕਟਰੀ ਜਨਰਲ। ਦੁਬਾਰਾ ਸੈਕਟਰੀ ਜਨਰਲ ਬਣਾ ਦੇਣ, ਜੋ ਮਰਜ਼ੀ ਨਾਮ ਵੀ ਬਣਾਉਣ, ਕੋਈ ਫਰਕ ਨਹੀਂ ਪੈਂਦਾ, ਕੋਈ ਫਰਕ ਨਹੀਂ ਪੈਂਦਾ। ਅੱਜ ਮਿਲਿਆ। ਕਿੰਨੇ ਸਾਲ ਹੋ ਗਏ? 89 ਤੋਂ ਲੈ ਕੇ ਹੁਣ ਤੱਕ। ਇੰਨੇ ਸਾਲਾਂ ਬਾਅਦ? ਹੁਣ ਇੰਨੇ ਸਾਲਾਂ ਬਾਅਦ ਪਹਿਲੀ ਦਫਾ ਮਿਲਿਆ। ਤੁਸੀਂ ਇੰਨੇ ਸਾਲ ਮਿਸਟਰ ਮਾਨ ਨੂੰ ਭੰਡਿਆ, ਕੈਪਟਨ ਅਮਰਿੰਦਰ ਸਿੰਘ ਨੂੰ ਭੰਡਿਆ। ਹਾਂ, ਭੰਡਿਆ। ਤੇ ਇਹ ਯਾਰੀ ਪੈ ਕਿਵੇਂ ਜਾਂਦੀ ਕਿ ਸਿਆਸਤ ਵਿੱਚ ਕੁਝ ਪੱਕਾ ਨਹੀਂ ਹੁੰਦਾਗਾ, ਕੋਈ ਦੋਸਤ ਪੱਕਾ ਨਹੀਂ, ਕੋਈ ਦੁਸ਼ਮਣ ਪੱਕਾ। ਮੈਂ ਕਿਉਂ ਭੰਡਿਆ ਮੈਨੂੰ ਦੱਸੋ? ਜਦੋਂ ਮਾਨ ਨੇ ਇਹ ਸਾਰੇ ਕੰਮ ਕੀਤੇ, ਐਡੀ ਵੱਡੀ ਅਸੀਂ ਰੈਵੋਲੂਸ਼ਨ ਲਿਆਂਦੀ ਹੋਵੇ, 12 MP ਜਿਤਾਏ ਹੋਣ, ਇੱਕ 'ਚ ਅਸੀਂ 1,60,000 ਵੋਟ ਲੈ ਕੇ ਹੋਈਏ, ਤੁਸੀਂ ਉਹਨੂੰ 2 ਸਾਲ 'ਚ ਖੇਰੂ ਕਰਕੇ ਬਾਦਲਾਂ ਦੇ ਹੱਥੋਂ ਹੀ ਪਾਵਰ ਵਾਪਸ ਦੇ ਦਿਓ। ਤੇ ਫਿਰ ਮੈਂ ਭੰਡਾ ਨਾ ਤਾਂ ਹੋਰ ਕੀ ਕਰਾਂ? ਅੱਜ ਮੈਂ ਕਿਉਂ ਗਿਆ? ਮੇਰੀ 4-5 ਦਿਨ 7 ਦਿਨ ਪਹਿਲਾਂ ਇੱਕ ਵੀਡੀਓ ਆਈ ਹੈ, ਉਹ ਜਿਹੜੀ ਲੱਖਾਂ 'ਚ ਗਈ ਹੈ। ਤੇ ਉੱਥੇ ਮੈਂ ਇਹ ਸਾਰਾ ਸ਼ੇਅਰ ਕੀਤਾ ਕਿ ਜਦੋਂ ਹੁਣ ਇੱਕ ਵਾਰ ਫਿਰ 89 ਵਾਲਾ ਕੰਮ ਬਣ ਰਿਹਾ, ਬਾਦਲ ਡੈਸੀਮੇਟ ਹੋ ਚੁੱਕੇ ਹੈ, ਬਾਦਲ ਆਰ ਟਰਾਈਂਗ ਟੂ ਰਿਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ, ਬਾਦਲ ਸਿਮਰਨਜੀਤ ਮਾਨ ਦੇ ਮੋਢਿਆਂ ਤੇ ਪੈਰ ਰੱਖ ਕੇ। ਤੁਹਾਨੂੰ ਐ ਨਹੀਂ ਲੱਗਦਾ ਕਿ ਪੰਥਕ ਏਕਤਾ ਵਾਲਾ ਜਿਹੜਾ ਇੱਕ ਕਨਸੈਪਟ ਰੱਖਿਆ ਗਿਆ ਸਾਰਿਆਂ ਦੇ ਅੱਗੇ, ਉਹਦਾ ਤਮਾਸ਼ਾ ਬਣਾਤਾ ਸਾਰੀਆਂ ਧਿਰਾਂ ਨੇ? ਹੈ ਹੀ ਫਰਾਡ ਆ। ਤੁਸੀਂ ਅਕਾਲ ਤਖਤ ਦੇ ਜਥੇਦਾਰ ਨੂੰ ਦੇਖੋ, ਇਹੀ 89 'ਚ ਹੋਇਆ ਸਾਡੇ ਨਾਲ, 91 'ਚ
ਕਿ ਮਾਨ ਦੇ ਅਕਾਲੀ ਦਲ ਮਾਨ 'ਚ ਮਰਜ ਕਰਤਾ ਜੀ ਬਾਦਲ ਸਾਹਿਬ ਨੇ, ਅਸੀਂ ਤੁਹਾਡੇ ਨਾਲ ਮਰਜ ਹੋ ਗਏ ਜੀ। ਅਮਰਿੰਦਰ ਨੇ ਮਰਜ ਕਰਤਾ, ਉਹਨੂੰ ਅਨੰਦਪੁਰ ਜਾ ਕੇ ਖਾਲਿਸਤਾਨ ਦਾ ਮਤਾ ਪਾਸ ਕਰਤਾ। ਬਾਦਲ ਨੇ ਵੀ ਸਾਈਨ ਕੀਤੇ, ਅਮਰਿੰਦਰ ਨੇ ਵੀ ਸਾਈਨ ਕੀਤੇ, ਮੁੜ ਕੇ ਮੁਕਰ ਕੇ ਮਾਨ ਨੂੰ ਪੌੜੀ ਚੜਾ ਕੇ ਆਪ ਪਿੱਛੇ ਪੌੜੀ ਖਿੱਚ ਤੁਹਾਡੇ ਕੇ। ਚੋਂ ਕੌਣ ਚਾਹੁੰਦਾ ਪੰਜਾਬ ਦਾ ਭਲਾ ਹੋ ਜਾਵੇ? ਕੋਈ ਚਾਹੁੰਦਾ? ਸਾਰੀ ਦੁਨੀਆ ਹੀ ਚਾਹੁੰਦੀ ਪੰਜਾਬ ਦਾ ਭਲਾ। ਕਿਵੇਂ ਹੋਊਗਾ? ਇਹੀ ਨਹੀਂ ਤੁਸੀਂ ਤਾਂ ਸਾਰੇ ਚਾਹੁੰਦੇ। ਵੰਡੇ ਪਏ ਹੋ। ਅਸੀਂ ਕੋਈ ਨਹੀਂ ਵੰਡੇ ਪਏ। ਹਾਂ, ਅਸੀਂ ਕਦੋਂ ਵੰਡੇ ਪਏ? ਅਸੀਂ ਸਿੱਖ ਪੰਥ ਦੇ ਨਾਲ ਖੜੇ ਹਾਂ, ਪਰ ਇਹਨਾਂ ਗਦਾਰਾਂ ਨਾਲ ਸਾਡਾ ਕੋਈ ਸੰਬੰਧ ਨਹੀਂ ਹੈ ਬਾਦਲਾਂ ਨਾਲ। ਅਸੀਂ ਇਹਨਾਂ ਵਾਸਤੇ ਵੰਡੇ ਹੀ ਹੋਏ ਹਾਂ। ਅੱਜ ਸਾਡੇ ਕੋਲ ਉਹੀ ਸਿਨੈਰੀਓ ਫਿਰ ਆਇਆ 89 ਵਾਲਾ। ਤੇ ਅੱਜ ਅਸੀਂ ਮੈਨੂੰ ਮਾਨ ਸਾਹਿਬ ਨੇ 4 ਦਿਨ ਪਹਿਲਾਂ ਆਪਣੇ ਆਪ ਹੀ ਟੈਲੀਫੋਨ ਕਰ ਲਿਆ, ਕੈਪਟਨ ਸਾਹਿਬ ਤੁਸੀਂ ਮੈਂ ਖੜਾ ਤੇ ਤੁਸੀਂ ਫਿਰ ਆਉਂਦੇ ਨਹੀਂ ਪਏ, ਹੁਣ ਮੇਰੇ ਕੋਲ ਆਓ ਮੇਰੇ ਕੋਲ। ਮੈਂ ਕਿਹਾ ਠੀਕ ਹੈ। ਮੈਂ ਪਹਿਲੇ ਮਨ 'ਚ ਧਾਰਿਆ ਹੋਇਆ ਸੀ ਕਿ ਉਹ ਸਿਨੈਰੀਓ ਫਿਰ ਵਾਪਸ ਆ ਗਿਆ। ਤੇ ਪਹਿਲਾਂ ਦੇਖੋ ਅਸੀਂ ਸੀਗੇ ਅਨਾੜੀ, ਅਸੀਂ ਆਪਸੇ ਹੀ ਲੜਦੇ ਸੀ 89 90। ਨਾ ਮੈਂ ਪੋਲੀਟੀਸ਼ੀਅਨ ਸੀ, ਨਾ ਮਾਨ ਪੋਲੀਟੀਸ਼ੀਅਨ ਸੀ, ਨਾ ਕੋਈ ਹੋਰ ਪੋਲੀਟੀਸ਼ੀਅਨ ਸੀ ਜਿੰਨੀ ਪਬਲਿਕ ਸੀ ਨਾਲ। ਹੁਣ ਅਸੀਂ ਵੀ ਘੈਂਟ ਪੋਲੀਟੀਸ਼ੀਅਨ ਬਣ ਚੁੱਕੇ ਹਾਂ ਇੰਨੇ ਮਾਰਾਂ ਖਾ ਖਾ ਕੇ। ਤੇ ਮਾਨ ਵੀ ਬਹੁਤ ਸੁਧਰ ਕੇ ਪੋਲੀਟੀਸ਼ੀਅਨ ਬਣ ਚੁੱਕੇ ਨਹੀਂ ਆ। ਹੁਣ ਤੁਹਾਨੂੰ ਐਂ ਲੱਗਦਾ ਵੀ ਤੁਸੀਂ ਆਪਦੇ ਨੂੰ ਘੈਂਟ ਕਿੰਨੇ ਵੀ ਤੁਹਾਡਾ ਦੌਰ ਸਮਾਪਤ ਹੋ ਗਿਆ? ਕਿਹੜਾ ਦੋਸਤ? ਤੇ ਕਿਹੜਾ ਤੁਹਾਡਾ ਦੌਰ ਹੈ ਜਿਹੜਾ? ਨਹੀਂ ਮੇਰਾ ਦੌਰ ਸਮਾਪਤ ਹੋ ਗਿਆ ਤਾਂ ਮੈਂ ਕੀ ਲੈਣਾ ਦੌਰ ਤੋਂ? ਮੈਂ ਤਾਂ ਨਾ ਇਲੈਕਸ਼ਨ ਲੜਨੀ, ਹਾਂ, ਨਾ ਮੈਂ ਮੰਤਰੀ ਬਣਨਾ, ਨਾ ਮੈਂ ਸੰਤਰੀ ਬਣਨਾ, ਨਾ ਮੈਂ ਐਮਐਲਏ ਬਣਨਾ। ਮੇਰੀ ਸਿਹਤ ਨਹੀਂ ਅਲਾਉ ਕਰਦੀ। ਦੌਰ ਮੇਰਾ ਸਮਾਪਤ ਹੋਵੇ ਨਾ ਹੋਵੇ, ਸਾਡੇ ਸਿੱਖ ਪੰਥ ਦਾ ਦੌਰ ਤਾਂ ਨਹੀਂ ਸਮਾਪਤ ਹੋਇਆ। ਅਸੀਂ ਗਾਈਡ ਕਰ ਸਕਦੇ ਨਹੀਂ ਕਰ ਸਕਦੇ? ਅਸੀਂ ਆਪਦਾ ਐਕਸਪੀਰੀਅੰਸ ਬੱਚਿਆਂ ਨੂੰ ਦੇ ਸਕਦੇ ਕਿ ਨਹੀਂ ਦੇ ਸਕਦੇ? ਅਸੀਂ ਉਹਨਾਂ ਦੇ ਪਿੱਛੇ ਦੁਆਰ ਬਣ ਕੇ ਖੜੇ ਹੋ ਸਕਦੇ ਕਿ ਨਹੀਂ ਖੜੇ ਹੋ ਸਕਦੇ? ਕੋਈ ਦੌਰ ਨਹੀਂ ਸਮਾਪਤ। ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਮਾਇਤੀ ਹੈ? ਨੋ। ਕਿਉਂ? ਜੇ ਹਮਾਇਤੀ ਹੁੰਦਾ ਪੰਜਾਬ ਦਾ ਤੇ ਲੱਖਾਂ ਕਰੋੜਾਂ ਰੁਪਏ ਲੁੱਟ ਕੇ ਲੈ ਜਾਂਦਾ। ਘੱਟੋ ਘੱਟ ਲੱਖ ਕਰੋੜ ਰੁਪਏ ਲੁੱਟਿਆ ਗਿਆ ਅਮਰਿੰਦਰ ਸਿੰਘ ਦੇ ਟਾਈਮ ਤੇ। ਔਰ ਜਿੰਨੇ ਵੀ ਐਮਐਲਏ ਨੇ ਜਿਹਦੀਆਂ 27 ਫਾਈਲਾਂ ਬਣਾ ਕੇ ਲਈ ਫਿਰਦਾ ਸੀ, ਸਾਰੇ ਅੰਦਰ ਕਿਉਂ ਦਿੱਤੇ? ਤੇ ਹਮਾਇਤੀ ਕੌਣ ਹੈ? ਨਾ ਕੈਪਟਨ ਤੁਸੀਂ ਕਹਿੰਦੇ ਹਮਾਇਤੀ ਹੈ ਪੰਜਾਬ ਦੇ, ਨਾ ਬਾਦਲ ਹਮਾਇਤੀ ਹੈ। ਹਮਾਇਤੀ ਹੈ ਕੌਣ ਹੈ ਫਿਰ? ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਨਹੀਂ, ਪਬਲਿਕ ਹਮਾਇਤੀ ਹੈ, ਪਬਲਿਕ। ਹਾਂ, ਆਮ ਆਦਮੀ ਪਾਰਟੀ ਕਿਉਂ ਆਈ ਪਾਵਰ 'ਚ? ਲੋਕੀ ਇਹਨਾਂ ਦੋ ਰਵਾਇਤੀ ਪਾਰਟੀਆਂ ਤੋਂ ਤੰਗ ਆ ਚੁੱਕੇ ਸੀ। ਉਹਨਾਂ ਨੂੰ ਪਤਾ ਸੀ ਇਹ 75-25 ਦੇ ਗੇਮ ਖੇਡਦੇ ਨੇ, ਸਾਨੂੰ ਲੁੱਟ ਕੇ ਖਾ ਰਹੇ ਨੇ, ਸਾਡਾ ਇੱਥੇ ਕੋਈ ਵਾਲੀ ਵਾਰਸ ਨਹੀਂ ਹੈਗਾ। ਤੇ ਉਹਨਾਂ ਨੇ ਚੇਂਜ ਲਿਆਉਣ ਦੇ ਚੱਕਰ 'ਚ ਆਮ ਆਦਮੀ ਪਾਰਟੀ ਦਾ ਜੋ ਵਿਗਿਆਪਨ ਇਹਨਾਂ ਨੇ ਦਿੱਤੇ, ਜੋ ਇਹਨਾਂ ਨੇ ਹਰੀ ਪੈਨ ਨਾਲ ਸ਼ਾਹੀਆਂ ਨਾਲ ਜੋ ਸਾਈਨ ਕਰਕੇ ਜੋ ਵਾਅਦੇ ਕੀਤੇ ਕਿ ਹਰੀ ਪੈਨ ਦੀ ਪਹਿਲੀ ਸ਼ਾਹੀ ਨਾਲ ਆਹ ਕਰਾਂਗੇ, ਲੋਕਾਂ ਨੇ ਕਿਹਾ ਯਾਰ ਇਹਨਾਂ ਤੋਂ ਤਾਂ ਛੁਟਕਾਰਾ ਪਾਓ, ਇਹਨਾਂ ਨਾਲ ਫਿਰ ਦੇਖ ਲਾਂਗੇ। ਤੇ ਉਹ ਰੈਵੋਲੂਸ਼ਨ ਆਈ ਤਾਂ 92 ਸੀਟਾਂ ਆ ਗਈਆਂ ਨਾ। ਤੁਹਾਨੂੰ ਲੱਗਦਾ ਮਾਨ ਦਾ ਦੌਰ ਵਾਪਸ ਆਊਗਾ? ਆਈ ਥਿੰਕ ਮਾਨ ਦਾ ਨਹੀਂ, ਮਾਨ ਦਾ ਦੌਰ ਆਏਗਾ। ਮਾਨ ਨੇ ਦੇਖੋ ਮਾਨ 42 ਸਾਲ ਦੇ ਧੱਕੇ ਖਾ ਚੁੱਕਿਆ ਨਾ। ਤੇ ਮਾਨ ਹੁਣ ਸੁਲਝ ਗਿਆ, ਤੇ ਜੇ ਨਾ ਸੁਲਝਿਆ ਹੁੰਦਾ ਤੇ ਬਾਦਲ ਫਿਰ ਉਹਨੂੰ ਫਸਾ ਲੈਂਦੇ। ਜਿਵੇਂ ਅਕਾਲ ਤਖਤ ਦੇ ਜਥੇਦਾਰ ਥਾਣੀ ਬੁਲਾ ਲਿਆ ਤੇ ਅਗਲਾ ਅੱਖ ਮਾਰ ਕੇ ਖਾਲਿਸਤਾਨ ਦਾ ਮਤਾ ਕਾਸ ਕਰਕੇ ਉਲਟਾ ਉਹਨਾਂ ਨੂੰ ਠੋਕ ਕੇ ਆ ਗਿਆ। ਅਗਲੇ ਤੇ ਮਾਨ ਦੇ ਘਰ ਪਹੁੰਚ ਗਏ। ਬੰਦੀ ਸਿੰਘ ਤੁਸੀਂ 20 ਸਾਲ ਰਾਜ ਕੀਤਾ, ਤੁਹਾਨੂੰ ਬੰਦੀ ਸਿੰਘ ਨਜ਼ਰ ਨਹੀਂ ਆਏ? ਮੈਂ ਨੰਗੇ ਪੈਰੀ ਜਾਊਂਗਾ ਦਿੱਲੀ ਗਰਮੀਆਂ ਦੇ ਵਿੱਚ ਪੈਰ ਸਾੜਨੇ, ਤੇ ਜਦੋਂ ਹੈਲੀਕਾਪਟਰ ਲੈ ਕੇ ਰੋਜ਼ ਜਾਂਦੇ ਸੀ ਉੱਥੇ ਦਿੱਲੀ, ਉਦੋਂ ਤੁਹਾਨੂੰ ਬੰਦੀ ਸਿੰਘ ਯਾਦ ਨਹੀਂ ਆਏ? ਹੁਣ ਤੁਸੀਂ ਡਿੱਗ ਚੁੱਕੇ ਜੇ, ਤੁਸੀਂ ਖਤਮ ਹੋ ਚੁੱਕੇ ਜੇ, ਤੁਸੀਂ ਡੈਸੀਮੇਟ ਹੋ ਚੁੱਕੇ ਜੇ, ਕਿਉਂਕਿ ਤੁਹਾਨੂੰ ਗੁਰੂ ਲੈ ਕੇ ਬਹਿ ਗਿਆ, ਜਿਹੜੀ ਤੁਸੀਂ ਗੁਰੂ ਦੀ ਬੇਅਦਬੀ ਕਰਾਈ। ਤੇ ਹੁਣ ਤੁਸੀਂ ਮਾਨ ਦੇ ਮੋਢਿਆਂ 'ਤੇ ਰੱਖ ਕੇ ਦੁਬਾਰਾ ਸਰਵਾਈਵ ਕਰਨਾ ਚਾਹੁੰਦੇ ਜੇ। ਇਸ ਕਰਕੇ ਜਿਹੜਾ ਹੁਣ ਮਾਨ ਦੇਖੋ, ਮਾਨ ਮਰਜ ਹੋਏਗਾ ਹੀ ਹੋਏਗਾ, ਮਾਨ ਦੁਬਾਰਾ ਮਰਜ ਹੋਏਗਾ, ਕਿਉਂਕਿ ਸਿੱਖ ਪੰਥ ਜਿਹੜਾ ਉਹ ਹੁਣ ਫਿਰ ਉਸੇ ਲਈ ਤੇ ਆ ਗਿਆ ਤੇ ਚੇਂਜ ਚਾਹੁੰਦਾ ਹੀ ਚਾਹੁੰਦਾ ਹੈ। ਵੀ ਵਾਂਟ ਅਸੀਂ ਸ਼੍ਰੋਮਣੀ ਕਮੇਟੀ ਇਹਨਾਂ ਤੋਂ ਛਡਾਈਏ। ਜਿਹੜਾ ਸ਼੍ਰੋਮਣੀ ਕਮੇਟੀ ਨੂੰ ਖਾ ਕੇ ਦੇਖੋ, ਤੁਹਾਨੂੰ ਨਹੀਂ ਰੈਫਰੈਂਸ ਲਾਇਬ੍ਰੇਰੀ ਦਾ ਸਮਾਨ ਚੋਰੀ ਹੋਇਆ, ਕਹਿੰਦੇ ਫੌਜ ਚੋਰੀ ਕਰਕੇ ਲੈ ਗਈ, ਫੌਜ ਚੋਰੀ ਕਰਕੇ ਲੈ ਗਈ, ਫੌਜ ਚੋਰੀ। ਉਹ ਸਾਰਾ ਫੌਜ ਨੇ ਇਹਨਾਂ ਨੂੰ ਹੈਂਡਓਵਰ ਕੀਤਾ। ਬ੍ਰਿਗੇਡੀਅਰ ਸਾਨੀ ਦੇ ਦਸਖਤ ਨੇ, ਤੇ ਨਾਲ ਤੁਹਾਡੇ ਸੈਕਟਰੀ ਐਸਜੀਪੀਸੀ ਦੇ ਦਸਖਤ ਨੇ ਉਹਦੇ ਤੇ, ਨਾਲ ਕੁਲਵੰਤ ਸਿੰਘ ਸੈਕਟਰੀ ਜਿਹੜਾ ਹੁਣ ਜਿਉਂਦਾ ਉਹਦੇ ਦਸਖਤ ਨੇ। ਸਾਰਾ ਸਮਾਨ ਵਾਪਰ ਲਿਆ ਇਹਨਾਂ, ਸਾਰਾ ਸਮਾਨ ਵੇਚਤਾ, ਵੇਚ ਕੇ ਖਾ ਗਏ। ਕਹਿੰਦੇ ਜੀ ਹੋਮ ਮਿਨਿਸਟਰ ਕੋਲ ਜਾਂਦੇ ਨੇ, ਉਹ ਜੀ ਸਾਡਾ ਸਮਾਨ, ਉਹ ਕਹਿੰਦਾ ਲਿਖ ਕੇ ਦੇ, ਆਪਣਾ ਬਾਦਲ ਸਾਹਿਬ ਲਿਖ ਕੇ ਦਿਓ ਤੁਹਾਡਾ ਸਮਾਨ ਨਹੀਂ ਹੈਗਾ। ਲਿਖ ਕੇ ਚਿੱਠੀ ਨਹੀਂ ਦਿੱਤੀ ਮੁੜ ਕੇ ਵੀ ਅੰਦਰ ਦੇਵਾਂਗੇ। ਅਗਲੇ ਮੈਂ ਇਨਕੁਆਇਰੀ ਮੰਗ ਲਈ ਸੀ, ਮੈਂ ਵਿਜੀਲੈਂਸ ਨੂੰ ਚਿੱਠੀ ਲਿਖ ਦਿੱਤੀ ਕਿ ਆਹ ਸਮਾਨ ਇਹਨਾਂ ਨੇ ਵਾਪਸ ਹੋਇਆ, ਆਹ ਮੇਰੇ ਕੋਲ ਰਿਕਾਰਡ ਹੈ। ਇਹਨਾਂ ਨੇ ਸਾਰੇ ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਹੱਥ ਦਾ ਲਿਖਿਆ ਸੀ, ਇਹਨਾਂ ਨੇ ਕੈਨੇਡਾ 'ਚ ਵੇਚਿਆ 13 ਕਰੋੜ ਦਾ, ਉਹ ਲੈ ਗਿਆ ਤੁਹਾਡਾ ਵਦੰਤੀ, ਤੇ ਸਮਾਨ ਤਾਂ ਸਾਰਾ ਇਹ ਵੇਚ ਕੇ ਖਾ ਗਏ। ਤੋ ਇਹੋ ਜਿਹੇ ਬੰਦਿਆਂ ਨੂੰ ਅਸੀਂ ਜੇ ਪਾਸੇ ਨਹੀਂ ਕਰਾਂਗੇ, ਸਾਡਾ ਸਿੱਖ ਪੰਥ ਬਚੂਗਾ ਕਿਵੇਂ? ਤੇ ਇਹ ਟਾਈਮ ਆ ਗਿਆ ਹੁਣ, ਤੇ ਸਾਰੀ ਵਰਲਡ ਦੇ ਸਿੱਖ, ਸਾਰੇ ਪੰਜਾਬ ਦੇ ਸਿੱਖ ਸਭ ਭਾਵ ਚੁੱਕੇ। ਅਵੇਅਰਨੈਸ ਇੰਨੀ ਆ ਗਈ ਸਾਡੇ 'ਚ, ਬੱਚੇ 'ਚ ਅਵੇਅਰਨੈਸ ਹੈ। ਅੱਜ ਕਿਸੇ ਨੂੰ ਤੁਸੀਂ ਬੇਵਕੂਫ ਨਹੀਂ ਬਣਾ ਸਕਦੇ। ਅੱਜ ਆਮ ਆਦਮੀ ਪਾਰਟੀ ਦਾ ਕੀ ਬੁਰਾ ਹਾਲ ਕਰ ਰਿਹਾ? ਕਿਉਂ ਹੋ ਰਿਹਾ ਕਿ ਅਵੇਅਰਨੈਸ ਆ ਲੋਕਾਂ 'ਚ ਕਿ ਉਹ ਤੁਸੀਂ ਸਾਡੇ ਨਾਲ ਕੀ ਹਰੀਸ਼ਾਹੀ ਨਾਲ ਕਹਿੰਦੇ ਸੀ, ਕਿੱਥੇ ਗਈ ਤੁਹਾਡੀ ਹਰੀਸ਼ਾਹੀ ਦਾ ਪੈਨ? ਤੋ ਇਸ ਕਰਕੇ ਰੈਵੋਲੂਸ਼ਨ ਇਜ਼ ਅਗੇਨ ਔਨ ਦਾ ਕਾਰਡਸ। ਚਲੋ, ਬਹੁਤ ਧੰਨਵਾਦ ਕੈਪਟਨ ਚੰਦਰ ਸਿੰਘ ਸਿੱਧੂ, ਤੁਸੀਂ ਵਕਤ ਕੱਢਿਆ। ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਕੇ ਜੀ। ਮੈਂ ਇੱਕ ਵਾਰ ਫਿਰ ਤੁਹਾਡਾ ਹੱਥ ਜ਼ਰੂਰ ਮਿਲਾਉਣਾ ਚਾਹੁੰਦਾ। ਥੈਂਕ ਯੂ। ਇਹ ਯਾਦ ਰਹੂਗਾ ਮੈਨੂੰ। ਓਕੇ, ਥੈਂਕ ਯੂ, ਸ਼ੁਕਰੀਆ।
ਇਹ ਸਨ ਕੈਪਟਨ ਚਰਨ ਸਿੰਘ ਸਿੱਧੂ, ਜਿਨ੍ਹਾਂ ਦਾ ਸਫ਼ਰ ਦੇਸ਼ ਦੀ ਸਿਆਸਤ ਤੇ ਆ ਕੇ ਰੁਕਦਾ ਪਿਆ, ਪੰਜਾਬ ਦੀ ਸਿਆਸਤ ਦੇ ਵਿੱਚ ਆ ਕੇ ਰੁਕਦਾ ਪਿਆ। ਸੰਘੀ ਢਾਂਚੇ ਦੀ ਗੱਲ ਹੈ ਜਿਹੜੀ ਉਹ ਕਰਨਾ ਚਾਹੁੰਦੇ ਆ, ਪਰ ਖਾਲਿਸਤਾਨ ਦੇ ਏਜੰਡੇ ਦੇ ਉੱਤੇ ਹਜੇ ਉਹਨਾਂ ਦਾ ਸਟੈਂਡ ਹੈ ਜਿਹੜਾ ਸਾਨੂੰ ਸਪਸ਼ਟ ਨਹੀਂ ਦਿਖੇਗਾ। ਪਰ ਉਹਨਾਂ ਦੀ ਜ਼ਿੰਦਗੀ ਦੇ ਉਹ ਪੰਨੇ ਸਾਡੇ ਸਾਹਮਣੇ ਅੱਜ ਆਏ ਹੈ ਜਿਹੜੇ ਇਸ ਤੋਂ ਪਹਿਲਾਂ ਲੁਕੇ ਹੋਏ ਸੀਗੇ। ਕੈਪਟਨ ਚਰਨ ਸਿੰਘ ਸਿੱਧੂ ਦਾ ਮਕਸਦ ਕੀ ਹੈ, ਉਹਨਾਂ ਦਾ ਸੁਪਨਾ ਕੀ ਹੈਗਾ? ਉਹ ਕਹਿੰਦੇ ਜੇ ਅੱਜ ਸਾਡਾ ਦੌਰ ਆ ਜਿਹੜਾ ਉਹ ਤੁਸੀਂ ਕਹਿੰਦੇ ਹੋ ਕਿ ਸਮਾਪਤ ਹੋ ਚੁੱਕਿਆ, ਪਰ ਅਸੀਂ ਅੱਜ ਦੇ ਯੂਥ ਨੂੰ ਤਾਂ ਦੱਸ ਸਕਦੇ ਹਾਂ। ਪਰ ਪੰਜਾਬ ਦੇ ਯੂਥ ਨੇ ਫੈਸਲਾ ਕਰਨਾ ਕਿ ਉਹ ਕਿਹੜੇ ਦੌਰ ਵਿੱਚ ਰਹਿਣਾ ਚਾਹੁੰਦਾ। ਬਹੁਤ ਧੰਨਵਾਦ।